क्लास स्टार्ट करते हैं। प्रीवियस क्लास तक ਆਪਾਂ एविडेंसेस फ्रॉम फिजियोलॉजी एंड बायोकेमिस्ट्री तो कर ਰਿਹਾ ਸੀ। ਨੈਕਸਟ ਹੈ एविडेंस फ्रॉम ਬਾਇਓਜੀਓਗ੍ਰਾਫੀਕਲ ਡਿਸਟ੍ਰੀਬਿਊਸ਼ਨ। ਤਾਂ ਇਹਦੇ ਵਿੱਚ ਆਪਾਂ ਕਰਾਂਗੇ ਬਾਇਓਜੀਓਗ੍ਰਾਫੀਕਲ ਬੇਸ ਤੇ ਜੋ ਐਵੀਡੈਂਸਸ ਆ ਉਸ ਬੇਸ ਤੇ ਆਪਾਂ ਦੇਖਾਂਗੇ ਕਿ ਐਵੋਲੂਸ਼ਨ ਕਿੱਦਾਂ ਹੋਈ। ਤਾਂ ਇਹਦੇ ਵਿੱਚ ਆਪਾਂ ਬਾਇਓਜੀਓਗ੍ਰਾਫੀ ਚ ਆਪਾਂ ਕੀ ਦੇਖਦੇ ਕਿ ਅਰਥ ਪਹਿਲਾਂ ਇੱਕ ਸਿੰਗਲ ਹੀ ਮਾਸਲੈਂਡ ਸੀ, ਸਿੰਗਲ ਮਾਸਲੈਂਡ ਸੀ, ਸਿੰਗਲ ਮਾਸਲੈਂਡ ਸੀ ਔਰ ਉਸਦੇ ਬਾਕੀ ਸਾਰੇ ਸਾਈਡ ਤੇ ਓਸ਼ਨ ਸੀਗੇ। ਸਿੰਗਲ ਮਾਸਲੈਂਡ ਔਰ ਬਾਕੀ ਸਾਰਾ ਕੀ ਸੀਗਾ, ਸਿੰਗਲ ਮਾਸਲੈਂਡ ਤੇ ਬਾਕੀ ਸਾਰਾ ਸਾਈਡ ਤੇ ਕੀ ਸੀਗਾ, ਓਸ਼ਨ ਸੀ। ਔਰ ਫਿਰ ਜਿੱਦਾਂ ਜਿੱਦਾਂ ਇਹ ਟਾਈਮ ਪਿਆ ਤਾਂ ਇਹ ਸਿੰਗਲ ਮਾਸਲੈਂਡ ਕੀ ਹੋ ਗਿਆ, 6 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ। ਤੇ 6 ਪਾਰਟਸ ਦੇ ਵਿੱਚ ਜਿਹੜਾ ਡਿਵਾਈਡ ਹੋਇਆ ਇਸ ਨੂੰ ਆਪਾਂ ਕਹਿੰਦੇ ਰੀਲਮਸ। 6 ਮਾਸਲੈਂਡ ਦੇ ਵਿੱਚ ਸਿੰਗਲ ਮਾਸਲੈਂਡ ਜੋ ਸੀ 6 ਮਾਸਲੈਂਡ ਦੇ ਵਿੱਚ ਡਿਵਾਈਡ ਹੋ ਗਿਆ, ਜਿਹਨੂੰ ਆਪਾਂ ਕੀ ਕਹਿੰਦੇ ਆ, ਰੀਲਮਸ ਕਹਿੰਦੇ ਆ। ਤਾਂ ਜਦੋਂ ਮਾਸਲੈਂਡ ਡਿਵਾਈਡ ਹੋਇਆ ਤਾਂ ਉਸ ਦੇ ਨਾਲ ਕੀ ਹੋਇਆ, ਫਲੋਰਾ ਤੇ ਫੌਨਾ ਵੀ ਕੀ ਹੋ ਗਿਆ, ਉਸ ਬਾਇਓਜੀਓਗ੍ਰਾਫੀਕਲ ਏਰੀਆ ਦੇ ਨਾਲ ਡਿਵਾਈਡ ਹੋ ਗਿਆ। ਸੋ ਆਪਾਂ ਦੇਖਾਂਗੇ ਹੁਣ ਕਿੱਦਾਂ ਕਿੱਦਾਂ ਇਹ ਸਾਰੇ ਬਾਇਓਜੀਓਗ੍ਰਾਫੀਕਲ ਬੇਸ ਤੇ ਆਪਾਂ ਨੂੰ ਮਿਲਦੇ ਐਵੀਡੈਂਸ। ਜੋ ਸਿੰਗਲ ਮਾਸਲੈਂਡ ਸੀ ਉਸਨੂੰ ਆਪਾਂ ਕੀ ਕਹਿੰਦੇ ਸੀ, ਪੈਂਗੀਆ। ਸਿੰਗਲ ਮਾਸਲੈਂਡ ਜੋ ਸੀ ਉਸਨੂੰ ਕੀ ਕਹਿੰਦੇ ਆਪਾਂ, ਪੈਂਗੀਆ, ਸਿੰਗਲ ਮਾਸਲੈਂਡ। ਔਰ ਫਿਰ ਜਿੱਦਾਂ ਜਿੱਦਾਂ ਸਿੰਗਲ ਮਾਸਲੈਂਡ ਡਿਵਾਈਡ ਹੋਇਆ ਤਾਂ ਕੀ ਬਣਿਆ, ਆਪਣੇ ਕੋਲ ਰਿਮਸ ਬਣਿਆ। ਔਰ ਰਿਮਸ ਬਣਿਆ, ਜਿੱਦਾਂ ਹੀ ਆਪਣੇ ਕੋਲ ਰਿਮਸ ਬਣੀਆਂ, ਸਿੰਗਲ ਮਾਸਲੈਂਡ 6 ਪਾਰਟਸ ਦੇ ਵਿੱਚ ਡਿਵਾਈਡ ਹੋਇਆ। ਫਿਰ ਜਿੱਥੇ ਵੀ ਜਿਸ ਜਗ੍ਹਾ ਤੇ ਸਿੰਗਲ ਮਾਸਲੈਂਡ ਦੇ ਵਿੱਚ ਜੋ ਉੱਥੋਂ ਦਾ ਫਲੋਰਾ ਸੀ ਐਂਡ ਫੌਨਾ ਉਹ ਉਨੇ ਏਰੀਆ ਦੇ ਵਿੱਚ ਹੀ ਰਿਸਟ੍ਰਿਕਟਡ ਹੋ ਗਿਆ। ਤਾਂ ਉਸਨੇ ਉਸ ਏਰੀਆ ਦੇ ਅਕੋਰਡਿੰਗ ਕੀ ਕਰਨਾ ਸ਼ੁਰੂ ਕਰਤਾ, ਅਡੈਪਟ ਕਰਨਾ ਸ਼ੁਰੂ ਕਰਤਾ ਉਸ ਚੀਜ਼ ਤੇ। ਔਰ ਜਦੋਂ ਅਡੈਪਟ ਕਰਿਆ ਉਹਨਾਂ ਦੇ ਵਿੱਚ ਵੇਰੀਏਸ਼ਨਸ ਆਈਆਂ। ਜਦੋਂ ਵੇਰੀਏਸ਼ਨ ਆਈਆਂ ਤਾਂ ਕੀ ਹੋਇਆ, ਉੱਥੋਂ ਨਿਊ ਸਪੇਸਿਸ ਬਣਨੀਆਂ ਸ਼ੁਰੂ ਹੋ ਗਈਆਂ। ਸਿੰਗਲ ਸਪੇਸਿਸ ਤੋਂ ਕੀ ਹੋ ਗਈਆਂ, ਡਿਫਰੈਂਟ ਟਾਈਪ ਦੀ ਸਪੇਸਿਸ ਬਣਨੀਆਂ ਸ਼ੁਰੂ ਹੋ ਗਈਆਂ, ਕਿਉਂਕਿ ਉਹਨਾਂ ਦੇ ਵੇਰੀਏਸ਼ਨ ਆਉਣੀਆਂ ਸ਼ੁਰੂ ਹੋ ਗਈਆਂ। ਵੇਰੀਏਸ਼ਨ ਜਿਨ੍ਹਾਂ ਦੇ ਵਿੱਚ ਵੇਰੀਏਸ਼ਨ ਲਾਰਜ ਅਮਾਊਂਟ ਦੇ ਵਿੱਚ ਹੋ ਗਈਆਂ, ਜੇ ਲਾਰਜ ਨੰਬਰ ਆਫ ਵੇਰੀਏਸ਼ਨਸ ਆਈਆਂ ਤਾਂ ਉੱਥੋਂ ਕੀ ਹੋਇਆ, ਇੱਕ ਨਿਊ ਵਾਲੀ ਸਪੇਸਿਸ ਫਾਰਮ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਆਪਾਂ ਕੀ ਕਹਿ ਦਿੱਤਾ ਗਾ, ਉਸ ਇੱਕ ਅਲੱਗ ਤਰ੍ਹਾਂ ਦੀ ਸਪੇਸਿਸ, ਉਸਨੂੰ ਨਵਾਂ ਨਾਮ ਹੀ ਦੇ ਦਿੱਤਾ। ਲੇਕਿਨ ਬਣੀਆਂ ਕਿਤੋਂ ਸੀ, ਉਹ ਕਾਮਨ ਤੋਂ ਬਣੀਆਂ। ਕਿਉਂ, ਉਹਨਾਂ ਦੇ ਵਿੱਚ ਅਡੈਪਟੇਸ਼ਨ ਆਈਆਂ। ਅਡੈਪਟੇਸ਼ਨ ਆਉਣ ਕਰਕੇ ਨਿਊ ਸਪੇਸਿਸ ਫਾਰਮ ਹੋਈਆਂ। ਤਾਂ ਇਹ ਵੀ ਐਵੀਡੈਂਸ ਹੈ ਫਰੋਮ ਬਾਇਓਜੀਓਗ੍ਰਾਫੀਕਲ ਡਿਸਟ੍ਰੀਬਿਊਸ਼ਨ। देखते हैं सिंगल मासलैंड जो डिवाइड होया आ 6 पे अपने को ਕਿਹੜੇ ਵਾਲੇ ਆ, ਨਿਆਰਕਟਿਕ, ਨਾਰਥ ਅਮਰੀਕਾ ਜਿੱਥੇ ਹੁਣ ਜੋ ਮਾਡਰਨ ਟਾਈਮ ਦੇ ਵਿੱਚ ਨਾਰਥ ਅਮਰੀਕਾ, ਨਿਓ ਟ੍ਰੋਪੀਕਲ ਸਾਊਥ ਅਮਰੀਕਾ, ਓਰੀਐਂਟਲ ਏਸ਼ੀਆ, ਇਥੋਪੀਅਨ ਅਫਰੀਕਾ, ਆਸਟ੍ਰੇਲੀਆ ਦੇ ਵਿੱਚ ਹੀ ਹੋ ਗਿਆ। ਔਰ ਇੱਕ ਹੈ ਆਪਣੇ ਕੋਲ ਲੈਰਟਿਕ ਜੋ ਅੱਜ ਮਾਡਰਨ ਟਾਈਮ ਦੇ ਵਿੱਚ ਯੂਰਪ ਹੈ। ਤਾਂ 6 ਰੀਲਮਸ ਦੇ ਵਿੱਚ ਜੋ ਡਿਵਾਈਡ ਹੋਇਆ ਸੀ, ਕਿਹੜੇ ਵਾਲੀਆਂ, ਉਹੀ ਵਾਲੀ ਗਿਵਨ ਹੈ। ਔਰ ਇੰਡੀਆ ਪੁੱਛ ਸਕਦੇ ਕਿਹੜੇ ਵਾਲੇ ਰੀਲਮਸ ਦੇ ਵਿੱਚ ਹੈ, ਓਰੀਐਂਟਲ। ਇੰਡੀਆ ਪੁੱਛਿਆ ਜਾ ਸਕਦਾ ਤਾਂ ਕਿਹੜੇ ਵਾਲੇ ਦੇ ਵਿੱਚ ਹੈ, ਓਰੀਐਂਟਲ ਦੇ ਵਿੱਚ। ਔਰ ਇਹ ਡਿਵਾਈਡ ਕਿਹਨੇ ਕਰਿਆ ਸੀ, ਅਲਫਰਡ ਰਸਲ ਵਾਲ। ਨੈਕਸਟ ਆਪਣੇ ਕੋਲ ਅਡੈਪਟਿਵ ਔਰ ਡਾਇਵਰਜੈਂਟ ਐਵੋਲੂਸ਼ਨ। ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਿਵਰਜੈਂਟ ਐਵੋਲੂਸ਼ਨ ਕੀ ਹੋਏਗੀ, ਡਿਵਰਜੈਂਟ ਹੁੰਦਾ ਇੱਕ ਪੁਆਇੰਟ ਤੋਂ ਸ਼ੁਰੂ ਹੋ ਕੇ ਸਿੰਗਲ ਪੁਆਇੰਟ ਤੋਂ ਕਿਤੇ ਹੋਣਾ ਡਿਫਰੈਂਟ ਬਾਇਓਜੀਓਗ੍ਰਾਫੀਕਲ ਏਰੀਆਸ ਤੱਕ ਪਹੁੰਚਣਾ। ਸਿੰਗਲ ਪੁਆਇੰਟਸ ਤੋਂ ਡਿਫਰੈਂਟ ਬਾਇਓਜੀਓਗ੍ਰਾਫੀਕਲ ਏਰੀਆਸ ਤੱਕ ਪਹੁੰਚਣਾ ਤਾਂ ਇਸਨੂੰ ਆਪਾਂ ਕਹਿੰਦੇ ਆ ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਾਇਵਰਜੈਂਟ। ਡਾਇਵਰਜ ਕਰ ਗਿਆ ਲਾਰਜ ਏਰੀਆ ਲਈ, ਸਿੰਗਲ ਜਗ੍ਹਾ ਸਿੰਗਲ ਪੁਆਇੰਟ ਤੋਂ
ਲਾਰਜ ਏਰੀਆ ਲਈ ਕੀ ਕਰ ਗਿਆ, ਡਾਇਵਰਜ ਕਰ ਗਿਆ, ਤਾਂ ਇਸ ਤਰ੍ਹਾਂ ਦੀ ਅਡੈਪਟੇਸ਼ਨ ਆਪਾਂ ਕੀ ਕਹਾਂਗੇ, ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਾਇਵਰਜੈਂਟ ਐਵੋਲਿਊਸ਼ਨ। ਤਾਂ ਇਹਦੇ ਚ ਹੋਏਗਾ ਕਿ ਸਿੰਗਲ ਸਪੇਸਿਸ ਕੀ ਹੋਏਗੀ, ਡਿਫਰੈਂਟ ਜਿਓਗ੍ਰਾਫੀਕਲ ਏਰੀਆਜ਼ ਤੇ ਜਾਏਗੀ, ਔਰ ਜਿੱਦਾਂ ਜਿੱਦਾਂ ਉਸ ਏਰੀਆਜ਼ ਦੇ ਅਕੋਰਡਿੰਗ, ਉੱਥੋਂ ਦੇ ਨੀਡ ਦੇ ਅਕੋਰਡਿੰਗ, ਉਸਦੇ ਇਨਵਾਇਰਨਮੈਂਟ ਦੇ ਅਕੋਰਡਿੰਗ ਉਸਨੇ ਆਪਣੇ ਅੰਦਰ ਵੇਰੀਏਸ਼ਨ ਲੈ ਕੇ ਆਏ, ਤਾਂ ਉੱਥੋਂ ਕੀ ਹੋਇਆ, ਜਿਨ੍ਹਾਂ ਦੇ ਵਿੱਚ ਲਾਰਜ ਵੇਰੀਏਸ਼ਨ ਆ ਗਈਆਂ ਤਾਂ ਉਹ ਕੀ ਹੋ ਗਈਆਂ, ਨਿਊ ਸਪੇਸਿਸ ਦੇ ਵਿੱਚ ਫਾਰਮ ਹੋ ਗਈਆਂ। ਤੇ ਸਿੰਗਲ ਸਪੇਸਿਸ ਤੋਂ ਬਾਇਓ ਜਿਓਗ੍ਰਾਫੀਕਲ ਬੇਸ ਤੇ ਕੀ ਹੋਇਆ, ਉਹਨਾਂ ਦੇ ਵਿੱਚ ਵੇਰੀਏਸ਼ਨ ਆਈਆਂ, ਔਰ ਉਸ ਵੇਰੀਏਸ਼ਨ ਕਰਕੇ ਉਹਨਾਂ ਤੋਂ ਇੱਕ ਨਿਊ ਵਾਲੀ ਸਪੇਸਿਸ ਫਾਰਮ ਹੋ ਗਈ, ਜਿਸ ਨੂੰ ਆਪਾਂ ਕੀ ਕਹਤਾ, ਡਾਇਵਰਜੈਂਟ ਐਵੋਲਿਊਸ਼ਨ ਜਾਂ ਫਿਰ ਅਡੈਪਟਿਵ radiation. The process of population different species in a given geographical area starting from the single point radiated to other area of a geographical is called adaptive radiation. Evolution of different species ਦੀ ਜਿਹੜੀ evolution ਹੋਈ ਆ ਕਿਸ ਬੇਸ ਤੇ ਹੋਈ ਹੈ, ਬਾਇਓਜੀਓਗ੍ਰਾਫੀਕਲ ਬੇਸ ਤੇ। ਜਿੱਦਾਂ ਜਿੱਦਾਂ ਬਾਇਓਜੀਓਗ੍ਰਾਫੀਕਲ ਏਰੀਆਜ਼ ਦੇ ਵਿੱਚ ਉਹ ਫਲੋਰਾ ਜਾਂ ਫੋਨਾ ਗਿਆ, ਤਾਂ ਉਹਨਾਂ ਨੇ ਉਸ ਏਰੀਆ ਦੇ ਅਕੋਰਡਿੰਗ ਆਪਣੇ ਆਪ ਉਸ ਜਗ੍ਹਾ ਨੂੰ ਅਡੈਪਟ ਕਰਿਆ, ਔਰ ਉੱਥੇ ਨਿਊ ਸਪੇਸਿਸ ਫਾਰਮ ਹੋਣੀਆਂ ਸ਼ੁਰੂ ਹੋ ਗਈਆਂ, ਤਾਂ ਉਸ ਚੀਜ਼ ਨੂੰ ਆਪਾਂ ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਿਵਰਜੈਂਟ ਰੇਡੀਏਸ਼ਨ। ਇਹਦੇ ਐਗਜ਼ਾਮਪਲ ਇੱਕ ਤਾਂ ਅਡੈਪਟਿਵ ਰੇਡੀਏਸ਼ਨ ਆਫ ਡਾਰਵਿਨ ਫਿੰਚ, ਅਡੈਪਟਿਵ ਰੇਡੀਏਸ਼ਨ ਆਫ ਡਾਰਵਿਨ ਫਿੰਚ। ਤਾਂ ਇਹਦੇ ਵਿੱਚ ਡਾਰਵਿਨ ਸੀ, ਉਸਨੇ ਇੱਕ ਆਈਲੈਂਡ ਤੇ ਗਏ, ਆਈਲੈਂਡ ਕਿਹੜੇ ਵਾਲਾ ਸੀਗਾ, ਗਲੈਪਾਗੋਸ ਆਈਲੈਂਡ ਸੀ। ਤਾਂ ਸ਼ਿਪ ਇਹ ਕੁਐਸਚਨ ਪੁੱਛ ਲੈਂਦਾ ਕਿ ਡਾਰਵਿਨ ਕਿਹੜੇ ਵਾਲਾ ਆਈਲੈਂਡ ਤੇ ਗਿਆ ਸੀ ਜਿੱਥੇ ਡਾਰਵਿਨ ਫਿੰਚ ਜਾਂ ਉਸਨੂੰ ਬਲੈਕ ਬਰਡ ਮਿਲਿਆ ਸੀ, ਤਾਂ ਪੁੱਛ ਲੈਂਦੇ ਗਲੈਪਾਗੋਸ ਨਾਮ ਦਾ ਇੱਕ ਆਈਲੈਂਡ ਸੀ, ਔਰ ਗਏ ਕਿਤੇ ਫਿਸ਼ ਕਿਹੜੇ ਵਾਲੀ ਸ਼ਿਪ ਤੇ, HMS ਬੀਗਲ ਦੀ ਸ਼ਿਪ ਸੀ, HMS ਬੀਗਲ, ਇਹਦੀ ਸ਼ਿਪ ਤੇ ਗਏ ਸੀ ਡਾਰਵਿਨ, ਕਿਹੜੇ ਵਾਲੇ ਆਈਲੈਂਡ ਤੇ ਗਏ ਸੀ, ਗਲੈਪਾਗੋਸ। तो ਉੱਥੇ ਉਹਨੇ ਦੇਖਿਆ ਕਿ ਇਹ ਜੋ ਗਲੈਪਾਗੋਸ ਆਈਲੈਂਡ ਹੈ, ਇਹ 22 ਡਿਫਰੈਂਟ ਆਈਲੈਂਡ, ਛੋਟੇ ਛੋਟੇ 22 ਆਈਲੈਂਡਸ ਦਾ ਇੱਕ ਗਰੁੱਪ ਸੀ, ਜਿੱਥੇ ਬਹੁਤ ਤਰ੍ਹਾਂ ਦੀਆਂ ਐਨੀਮਲ ਔਰ ਪਲਾਂਟਸ ਦੀਆਂ ਕੀ ਸੀਗੀਆਂ, ਐਂਡੇਮਿਕ ਸਪੀਸੀਜ਼ ਕਿਹੜੀਆਂ ਹੁੰਦੀਆਂ, ਜਿਹੜੀ ਲਾਰਜ ਨੰਬਰ ਵਿੱਚ ਕਿਸੇ ਖਾਸ ਜਗ੍ਹਾ ਤੇ ਪਾਈਆਂ ਜਾਣ। ਐਂਡੇਮਿਕ ਸਪੀਸੀਜ਼ ਕਿਹੜੀਆਂ ਹੁੰਦੀਆਂ, ਜਿਹੜੇ ਕਿ ਹੁਣ ਇੱਕ ਸਪੈਸੀਫਿਕ ਏਰੀਆ ਦੇ ਵਿੱਚ, ਸਪੈਸੀਫਿਕ ਰੀਜਨ ਦੇ ਵਿੱਚ ਕੀ ਹੋਣ, ਲਾਰਜ ਨੰਬਰ ਚ, ਸਪੈਸੀਫਿਕ ਰੀਜਨ ਵਿੱਚ ਕੀ ਹੋਣ, ਲਾਰਜ ਨੰਬਰ ਵਿੱਚ ਹੋਣ, ਤਾਂ ਉਹ ਕੀ ਹੋਏਗੀ, ਐਂਡੇਮਿਕ ਸਪੀਸੀਜ਼ ਹੋਣਗੀਆਂ ਉਸ ਏਰੀਆ ਦੀਆਂ। ਤਾਂ ਜਦੋਂ ਉਹਨੇ ਦੇਖਿਆ ਕਿ 22 ਜਿਹੜੇ ਆਈਲੈਂਡ ਹੈ, ਜੋ ਗਰੁੱਪ ਇੱਕ 22 ਆਈਲੈਂਡ ਦਾ, ਜਿਹਨੂੰ ਕੀ ਕਿਹਾ ਸੀ, ਗਲੈਪਾਗੋਸ, ਉੱਥੇ ਬਹੁਤ ਤਰ੍ਹਾਂ ਦੇ ਐਨੀਮਲ ਤੇ ਪਲਾਂਟ ਦੀਆਂ ਐਂਡੇਮਿਕ ਸਪੀਸੀਜ਼ ਸੀ, ਕਿ ਉਹ ਪਲਾਂਟ ਉੱਥੇ ਬਹੁਤ ਲਾਰਜ ਨੰਬਰ ਦੇ ਵਿੱਚ ਸੀ। ਤਾਂ ਉਹਦੇ ਵਿੱਚੋਂ ਇੱਕ ਉਸਨੇ ਬਰਡ ਦੇਖਿਆ, ਬਲੈਕ ਬਰਡ, ਜਿਸ ਨੂੰ ਉਸਨੇ ਬਾਅਦ ਵਿੱਚ ਨਾਮ ਦਿੱਤਾ ਡਾਰਵਿਨ ਫਿੰਚ। ਤਾਂ ਡਾਰਵਿਨ ਫਿੰਚ ਦੇਖੋ, ਉਸਦੀ ਜਿਹੜੀ ਬੀਕ ਆ, ਬੀਕ ਦੇ ਵਿੱਚ ਚੇਂਜਸ ਆਈਆਂ, ਜਿੱਦਾਂ ਪਹਿਲਾਂ ਉਹ ਕੀ ਖਾਂਦੇ ਸੀ, ਸੀਡ ਈਟਿੰਗ ਸੀ, ਤੇ ਜਿੱਦਾਂ ਜਿੱਦਾਂ ਉਹ ਸੀਡ ਈਟਿੰਗ ਇੱਕ ਆਈਲੈਂਡ ਤੋਂ ਸੈਕਿੰਡ ਆਈਲੈਂਡ ਤੇ ਗਏ, ਉਸ ਤਰ੍ਹਾਂ ਕੀ ਹੈ ਕਿ ਉੱਥੇ ਜੋ ਉਹਨਾਂ ਦੀ ਨੀਡਸ ਔਰ ਉਸ ਆਈਲੈਂਡ ਦੇ ਅਕੋਰਡਿੰਗ ਉਸਨੇ ਆਪਣੇ ਕੀ ਕਰ ਲਿਆ, ਆਪਣੇ ਆਪ ਨੂੰ ਅਡੈਪਟ ਕਰ ਲਿਆ। ਤਾਂ ਉਹਨਾਂ ਦੀ ਬੀਕ ਦੇ ਵਿੱਚ ਜੋ ਚੇਂਜਸ ਆਈਆਂ, ਤਾਂ ਉਸ ਕਰਕੇ ਉਸ ਪੈਟਰਨ ਇੱਕ ਬਣਿਆ। ਤਾਂ ਉੱਥੇ ਜੋ ਇੱਕ ਐਵੋਲੂਟ ਤਾਂ ਸਿੰਗਲ ਹੀ ਟਾਈਪ ਦੇ ਬਰਡ ਤੋਂ ਹੋਈਆਂ, ਲੇਕਿਨ ਉਹਨਾਂ ਦੇ ਸ਼ੇਪ ਔਰ ਉਹਨਾਂ ਦੇ ਬੀਕ ਦੇ ਵਿੱਚ ਰੈਗੂਲਰਲੀ ਚੇਂਜ ਆਉਂਦੇ ਗਏ, ਉਹਨਾਂ ਦੇ ਵਿੱਚ ਐਵੋਲੂਸ਼ਨ ਹੁੰਦੀ ਗਈ ਅਕੋਰਡਿੰਗ ਟੂ ਦੀ এনवायरमेंट। ਤਾਂ ਉਸ ਨੂੰ ਉਹਨਾਂ ਨਾਮ ਦੇ ਦਿੱਤਾ ਡਾਰਵਿਨ ਫਿੰਚ। All the varieties evolved and radiated by a single ancestor, seed-eating groundfinch. Seed-eating groundfinch ਸੀ, ਲੇਕਿਨ ਲਿਟਰਲੀ ਉਹਨਾਂ ਦੇ ਵਿੱਚ ਐਵੋਲੂਸ਼ਨ ਹੋਈਆਂ, ਜਿੱਦਾਂ ਜਿੱਦਾਂ ਉਹ ਡਿਫਰੈਂਟ ਆਈਲੈਂਡਸ ਤੇ ਗਈਆਂ। ਕਿਸੇ ਨੇ ਇਨਸੈਕਟ ਖਾਣੇ ਸ਼ੁਰੂ ਕਰਤੇ, ਕੋਈ ਵੈਜੀਟੇਰੀਅਨ ਸੀ, ਤਾਂ ਉਹਨਾਂ ਦੇ ਵਿੱਚ ਜਿੱਦਾਂ ਜਿੱਦਾਂ ਉਹਨਾਂ ਦੇ ਇਨਵਾਇਰਨਮੈਂਟ ਦੇ ਅਕੋਰਡਿੰਗ ਜਿੱਦਾਂ ਦੇ ਨੀਡ ਹੋਈਆਂ ਉਹਨਾਂ ਦੇ ਵਿੱਚ, ਤਾਂ ਉੱਦਾਂ ਦੇ ਹੀ ਉਹਨਾਂ ਨੇ ਆਪਣੇ ਅੰਦਰ ਨਿਊ ਵਾਲੀ ਅਡੈਪਟੇਸ਼ਨ ਕਰਨੀਆਂ ਸ਼ੁਰੂ ਕਰਤੀਆਂ, ਵੇਰੀਏਸ਼ਨਸ ਆਈਆਂ ਉਹਨਾਂ ਦੇ ਵਿੱਚ। ਔਰ ਸਿੰਗਲ
ਟਾਈਪ ਦੇ ਐਂਸੈਸਟਰ ਤੋਂ ਕੀ ਬਣ ਗਏ, ਡਿਫਰੈਂਟ ਟਾਈਪ ਦੇ ਬਰਡ ਬਣਨਾ ਸ਼ੁਰੂ ਹੋ ਗਏ, ਤੇ ਜਿਸ ਨੂੰ ਉਹਨਾਂ ਨਾਮ ਦੇ ਦਿੱਤਾ ਸੀ ਡਾਰਵਿਨ ਫਿੰਚਸ। ਨੈਕਸਟ ਆਪਣੇ ਕੋਲ ਅਡੈਪਟਿਵ ਰੇਡੀਏਸ਼ਨ ਆਫ ਮਰਸੂਪੀਅਲਸ। ਮਰਸੂਪੀਅਲਸ ਕਿਹੜੇ ਹੁੰਦੇ, ਜਿਹੜੇ ਪਾਊਚ ਵਾਲੇ ਏਦਾਂ ਦੇ ਮੈਮਲ ਜਿਨ੍ਹਾਂ ਦੇ ਕੋਲ ਪਾਊਚ ਹੋਣਗੇ, ਪਾਊਚ ਮੈਮਲ ਆਪਾਂ ਕੀ ਕਹਿੰਦੇ ਆ, ਮਰਸੂਪੀਅਲਸ। ਅੱਜ ਉਹ ਨੀਚੇ ਜਿੰਨੀਆਂ ਵੀ ਕੈਟੇਗਰੀਜ਼ ਦੇ ਰੱਖੀਆਂ, ਇਹ ਸਾਰੀਆਂ ਏਦਾਂ ਦੀਆਂ ਨੇ ਜਿਨ੍ਹਾਂ ਦੇ ਕੋਲ ਪਾਊਚ ਪ੍ਰੈਜ਼ੈਂਟ ਹੁੰਦਾ। ਇਹ ਸਾਰੇ ਪਾਊਚ ਮੈਮਲਸ ਆ। ਤੇ ਆਸਟ੍ਰੇਲੀਆ ਦੇ ਮਰਸੂਪੀਅਲਸ ਜਿਹੜੇ ਹੈਗੇ ਆ, ਉਹ ਵੀ ਇੱਕ ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਿਵਰਜੈਂਟ ਐਵੋਲੂਸ਼ਨ ਦਾ ਹੀ ਐਗਜ਼ਾਮਪਲ ਆ। ਹੋ ਸਕਦੇ ਆ ਜਿਹੜੇ ਮਰਸੂਪੀਅਲਸ ਆਫ ਆਸਟ੍ਰੇਲੀਆ ਕਿਹਦੀ ਐਗਜ਼ਾਮਪਲ ਆ, ਤਾਂ ਤੁਸੀਂ ਕੀ ਦੇਖਣਾ ਉੱਥੇ ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਿਵਰਜੈਂਟ ਐਵੋਲੂਸ਼ਨ ਦੇ ਰੱਖਿਆ ਹੋਏ ਤਾਂ ਤੁਸੀਂ ਉੱਥੇ ਟਿਕ ਕਰੋਗੇ। ਇਹਦੇ ਚ ਹੋਰ ਜ਼ਿਆਦਾ ਨਹੀਂ ਪੁੱਛਣਗੇ। ਅਡੈਪਟਿਵ ਰੇਡੀਏਸ਼ਨ ਸਿਮਿਲਰ ਹੀ ਆ ਜੋ ਆਪਾਂ ਪਹਿਲਾਂ ਡੈਫੀਨੇਸ਼ਨ ਤੇ ਕਰਕੇ ਆਏ, ਡਿਫਰੈਂਟ ਬਾਈ ਜੀਓਗ੍ਰਾਫੀਕਲ ਏਰੀਆ, ਜਿੱਦਾਂ ਜਿੱਦਾਂ ਸਿੰਗਲ ਪੁਆਇੰਟ ਤੋਂ ਸ਼ੁਰੂ ਹੋਏ ਕਿਤੇ ਗਏ ਡਿਫਰੈਂਟ ਬਾਈ ਜੀਓਗ੍ਰਾਫੀਕਲ ਏਰੀਆ ਤੱਕ ਪਹੁੰਚੇ, ਡਿਫਰੈਂਟ ਬਾਈ ਜੀਓਗ੍ਰਾਫੀਕਲ ਏਰੀਆ, ਔਰ ਉਹਨਾਂ ਦੇ এনवायरमेंट ਦੇ ਅਕੋਰਡਿੰਗ ਜਾਂ ਫਿਰ ਉਹਨਾਂ ਦੀ ਨੀਡਸ ਕੀ ਹੋ ਗਈਆਂ, ਡਿਫਰੈਂਟ ਬਾਈ ਜੀਓਗ੍ਰਾਫੀਕਲ ਏਰੀਆਸ ਗਏ, ਉੱਥੇ ਰਿਸੋਰਸਸ ਵੀ ਕੀ ਹੋਣਗੇ, ਰਿਸੋਰਸਸ ਵੀ ਲਿਮਿਟਡ ਹੋਣਗੇ। ਜੋ ਉੱਥੇ ਦੇ ਰਿਸੋਰਸਸ ਹੋਣਗੇ ਉਸ ਅਕੋਰਡਿੰਗ ਉਹਨਾਂ 'ਚ ਕੀ ਆ ਗਈਆਂ, ਵੇਰੀਏਸ਼ਨ ਆ ਗਈਆਂ, ਵੇਰੀਏਸ਼ਨਸ ਆਈਆਂ, ਜਿਨ੍ਹਾਂ ਦੇ ਵਿੱਚ ਲਾਰਜ ਵੇਰੀਏਸ਼ਨਸ ਆ ਗਈਆਂ। ਲਾਰਜ ਵਾਲੀ ਵੇਰੀਏਸ਼ਨਸ ਕੀ ਹੋਣਗੀਆਂ, ਲਾਰਜ ਵੇਰੀਏਸ਼ਨ ਵਾਲੇ ਜਿਹੜੇ ਹੋ ਗਏ ਉੱਥੋਂ ਇੱਕ ਨਵੀਂ ਸਪੀਸੀਜ਼ ਬਣਨੀਆਂ ਸ਼ੁਰੂ ਹੋਣ, ਲਾਰਜ ਵੇਰੀਏਸ਼ਨ ਕੀ ਹੋ ਗਿਆ, ਨਿਊ ਸਪੀਸੀਜ਼ ਫਾਰਮ ਹੋਣੀਆਂ ਸ਼ੁਰੂ। ਤਾਂ ਇਹ ਸਾਰੇ ਦੇ ਸਾਰੇ ਕੀ ਹੋ ਗਿਆ ਆਪਣੇ ਕੋਲ, ਇਹ ਅਡੈਪਟਿਵ ਵੇਰੀਏਸ਼ਨਸ ਹੀ ਹੋਈਆਂ ਜਿਹਦੇ ਨਾਲ ਕੀ ਨਿਊ ਵਾਲੀ ਸਪੀਸੀਜ਼ ਫਾਰਮ ਹੋਈਆਂ ਬਾਇਓ ਜੀਓਗ੍ਰਾਫੀਕਲ ਏਰੀਆਜ਼ ਦੇ ਅਕੋਰਡਿੰਗ। ਤਾਂ ਜਿੰਨੇ ਵੀ ਮਰਸੂਪੀਅਲਸ ਦੇ ਰੱਖੇ ਇਹ ਸਾਰੇ ਦੇ ਸਾਰੇ ਹੀ ਕੀ ਆ, ਇਹ ਬਾਇਓ ਜੀਓਗ੍ਰਾਫੀਕਲ ਏਰੀਆਜ਼ ਦੇ ਅਕੋਰਡਿੰਗ ਹੀ ਉਹਨਾਂ ਦੇ ਵਿੱਚ ਜੋ ਅਡੈਪਟੇਸ਼ਨ ਆਈਆਂ, ਵੇਰੀਏਸ਼ਨਸ ਆਈਆਂ, ਤਾਂ ਸਾਰੇ ਜਿੰਨੀਆਂ ਵੀ ਨਿਊ ਸਪੀਸੀਜ਼ ਫਾਰਮ ਹੋਈਆਂ ਇਹ ਉੱਥੋਂ ਦੇ ਅਡੈਪਟਿਵ ਰੇਡੀਏਸ਼ਨ ਕਰਕੇ ਹੀ ਫਾਰਮ ਹੋਏ। ਤਾਂ ਆਪਣੇ ਕੋਲ ਐਗਜ਼ਾਮਪਲ ਦੇ ਰੱਖੀ ਹੈ, ਟੈਸਮੇਨੀਅਨ ਵੋਲਫ, ਟਾਈਗਰ ਕੈਟ, ਇਹ ਜਿੰਨੇ ਵੀ ਹੈ ਮਰਸੂਪੀਅਲਸ, ਆਸਟ੍ਰੇਲੀਅਨ ਮਰਸੂਪੀਅਲਸ, ਇਹ ਸਾਰੇ ਪਾਊਚ ਮੈਮਲ ਹੈ, ਔਰ ਇਹ ਸਾਰੇ ਕਿਹਦੇ ਐਗਜ਼ਾਮਪਲ ਹੈ, ਅਡੈਪਟਿਵ ਰੇਡੀਏਸ਼ਨ। A number of marsupials is different from other in morphology, feeding habitat and habitat evolved from an ancestral stock, but all within the Australian continent. ਸਾਰੇ ਦੇ ਸਾਰੇ ਕੀ ਹੈ, ancestral stock ਹੈ, ਲੇਕਿਨ ਇਹਨਾਂ ਦੇ ਹੈਬਿਟੇਟ, ਇਹਨਾਂ ਦੀ ਫੀਡਿੰਗ, ਇਹਨਾਂ ਮੋਰਫੋਲੋਜੀ ਹੁੰਦੀ ਕਿ ਇਹਨਾਂ ਬਾਹਰੋਂ ਤਾਂ ਦੇਖੀ ਹੈ ਡਿਫਰੈਂਟ ਹੈ, ਇਹਨਾਂ ਦੀ ਫੀਡਿੰਗ ਹੈਬਿਟੇਟ ਡਿਫਰੈਂਟ ਹੈ, ਐਂਡ ਹੈਬਿਟੇਟ ਇਵੋਲਵਡ ਫਰੋਮ ਐਨ ਐਂਸੈਸਟਰਲ ਸਟੋਕ। ਇਹ ਸਾਰੇ ਸੇਮ ਟਾਈਪ ਦੇ ਐਂਸੈਸਟਰ ਤੋਂ ਕੀ ਹੋਏ ਆ, ਫਾਰਮ ਹੋਏ ਆ, ਔਰ ਲੇਕਿਨ ਇਹਨਾਂ ਦੇ ਮੋਰਫੋਲੋਜੀ ਜਿੱਦਾਂ ਦੇ ਨਾਲ ਅਡੈਪਟੇਸ਼ਨ ਕਰੀਆਂ ਉਸ ਅਕੋਰਡਿੰਗ ਇਹਨਾਂ ਦੀ ਕੀ ਹੋ ਗਈ, ਮੋਰਫੋਲੋਜੀ ਹੋ ਗਈ, ਇਹਨਾਂ ਦੇ ਫੀਡਿੰਗ ਹੈਬਿਟੇਟ ਹੋ ਗਈਆਂ ਅਕੋਰਡਿੰਗ ਟੂ ਬਾਇਓ ਜੀਓਗ੍ਰਾਫੀਕਲ ਏਰੀਆ। ਜਿਸ ਬਾਇਓ ਜੀਓਗ੍ਰਾਫੀਕਲ ਏਰੀਆ ਦੇ ਵਿੱਚ ਗਏ ਤਾਂ ਉਸ ਅਕੋਰਡਿੰਗ ਹੀ ਉਹਨਾਂ ਦੇ ਹੈਬਿਟੇਟ ਵਿੱਚ ਚੇਂਜ ਆਈਆਂ, ਉਹਨਾਂ ਦੀ ਫੀਡਿੰਗ ਹੈਬਿਟੇਟ ਚੇਂਜ ਆਈਆਂ, ਉਸ ਔਰ ਉਹਨਾਂ ਦੇ ਮੋਰਫੋਲੋਜੀ ਵੀ ਉਸ ਅਕੋਰਡਿੰਗ ਹੀ ਚੇਂਜ ਹੋਈ। ਤੇ ਇਸ ਸੀ ਆਪਣੇ ਕੋਲ ਐਗਜ਼ਾਮਪਲ ਅਡੈਪਟਿਵ ਰੇਡੀਏਸ਼ਨ ਆਫ ਮਾਰਸੂਪੀਅਲਸ। ਐਗਜ਼ਾਮਪਲਸ ਯਾਦ ਰੱਖਣਾ, ਜਿਹੜੇ ਅਡੈਪਟਿਵ ਰੇਡੀਏਸ਼ਨ ਦੇ ਵਿੱਚ ਐਗਜ਼ਾਮਪਲ ਕਿ ਡਾਰਵਿਨ ਫਿੰਚ ਵੀ ਕਿਹਦੀ ਐਗਜ਼ਾਮਪਲ ਆ, ਅਡੈਪਟਿਵ ਰੇਡੀਏਸ਼ਨ ਜਾਂ ਡਿਵਰਜੈਂਟ ਐਵੋਲੂਸ਼ਨ। ਮਾਰਸੂਪੀਅਲਸ ਆਫ ਆਸਟ੍ਰੇਲੀਆ ਇਹ ਵੀ ਕਿਹਦੀ ਐਗਜ਼ਾਮਪਲ, ਆਪਣੇ ਕੋਲ ਜਿਹੜੇ ਪਾਊਚ ਮੈਮਲ ਹੋਣਗੇ ਇਹ ਵੀ ਐਗਜ਼ਾਮਪਲ ਆਪਣੇ ਕੋਲ ਅਡੈਪਟਿਵ ਰੇਡੀਏਸ਼ਨ ਜਾਂ ਫਿਰ ਡਿਵਰਜੈਂਟ ਐਵੋਲੂਸ਼ਨ। ਐਗਜ਼ਾਮਪਲਸ ਬਸ ਯਾਦ ਕਰਨੀ ਹੈ। ਨੈਕਸਟ ਪਲੇਜ਼ੈਂਟਲ ਮੈਮਲ। ਤਾਂ ਪਲੇਜ਼ੈਂਟਲ ਮੈਮਲ ਦੇ ਵਿੱਚ ਕੀ ਆਪਣੇ ਕੋਲ ਆਏਗਾ, ਕੁਝ ਪਲੇਜ਼ੈਂਟਲ ਮੈਮਲ ਵੀ ਸੀ ਜਿਹੜੇ ਅਡੈਪਟਿਵ ਰੇਡੀਏਸ਼ਨ ਦੇ ਵਿੱਚ ਸੀ, ਕਿਹੜੇ ਵਾਲੇ, ਲਾਈਕ ਵੋਲਫ, ਬੋਮਬਕੈਟ, ਐਂਟੀਟਰ, ਮਾਊਸ, ਟੀਅਰ, ਬਰਾਊਨ ਬੀਅਰ। ਇਹ ਜਿਹੜੇ ਮੈਮਲ ਆ ਇਹ ਮੈਮਲ ਵੀ ਕਿਹਦੇ ਐਗਜ਼ਾਮਪਲ ਸੀ, ਮੈਮਲ ਵੀ ਆਪਣੇ ਕੋਲ ਅਡੈਪਟਿਵ ਰੇਡੀਏਸ਼ਨ ਦੇ ਹੀ ਐਗਜ਼ਾਮਪਲ ਹੈ। ਇਹ
ਇਹ ਐਵੋਲਿਊਟ ਕਿੱਥੋਂ ਹੋਇਆ, ਇਹਨਾਂ ਦਾ origin ਕਿੱਥੋਂ ਹੋਇਆ, ਸਿੰਗਲ ਐਂਸੈਸਟਰ ਤੋਂ ਹੀ ਹੋਇਆ, ਕਾਮਨ ਐਂਸੈਸਟਰ ਟਾਈਪ ਸੀ ਇਹਨਾਂ ਦੀ, ਔਰ ਜਿੱਦਾਂ ਜਿੱਦਾਂ ਡਿਫਰੈਂਟ ਪਾਰਟਸ ਤੇ ਗਏ ਵਰਲਡ ਦੇ, ਤਾਂ ਉਸ ਅਕੋਰਡਿੰਗ ਹੀ ਇਹਨਾਂ ਦੀ ਜਿਹੜੀ ਮੋਰਫੋਲੋਜੀ, ਇਹਨਾਂ ਦੇ ਹੈਬਿਟੇਟ, ਫੀਡਿੰਗ ਹੈਬਿਟੇਟ ਸਭ ਕੁਝ ਉਸ ਅਕੋਰਡਿੰਗ ਹੋ ਗਿਆ ਜਿਸ ਏਰੀਆ ਦੇ ਵਿੱਚ ਉਹ ਡਾਇਵਰਜ ਹੋ। ਮੋਰਫੋਲੋਜੀ, ਫੀਡਿੰਗ ਹੈਬਿਟੇਟ, ਉਹਨਾਂ ਜਿਸ ਜਗ੍ਹਾ ਤੇ ਪਹੁੰਚੇ ਉਸ ਅਕੋਰਡਿੰਗ ਹੀ ਕੀ ਹੋ ਗਿਆ, ਉਹਨਾਂ ਦੇ ਚੇਂਜਸ ਆਈਆਂ। ਤਾਂ ਇਹ ਵੀ ਐਗਜ਼ਾਮਪਲ ਕਿਹਦੀ ਆਪਣੇ ਕੋਲ, ਅਡੈਪਟਿਵ ਰੇਡੀਏਸ਼ਨ, ਅਡੈਪਟਿਵ ਰੇਡੀਏਸ਼ਨ। ਨੈਕਸਟ ਆਪਣੇ ਕੋਲ ਕਨਵਰਜੈਂਟ ਐਵੋਲਿਊਸ਼ਨ। ਇਹ ਕਨਵਰਜੈਂਟ ਐਵੋਲਿਊਸ਼ਨ ਦੇ ਵਿੱਚ ਆਪਣੇ ਕੋਲ ਕੀ ਆਏਗਾ ਕਿ ਦੋ ਸਪੇਸਿਸ ਕੀ ਹੈਗੀਆਂ, ਅਗਰ ਮੋਰ ਸਪੇਸਿਸ ਕੀ ਹੋ ਗਈਆਂ, ਮੋਰ ਸਪੇਸਿਸ ਜਿਹੜੇ ਕੀ ਹੈ ਅਨਰਿਲੇਟਡ ਹੈਗੀਆਂ, ਮੋਰ ਸਪੇਸਿਸ ਲੇਕਿਨ ਕਿਹੜੇ ਬਣੀਆਂ, ਅਨਰਿਲੇਟਡ, ਉਹ ਕਿਸੇ ਸਿੰਗਲ ਹੈਬਿਟੇਟ ਚ ਆ ਗਈਆਂ, ਸਿੰਗਲ ਹੈਬਿਟੇਟਸ, ਔਰ ਉਹਦਾ ਸਿੰਗਲ ਹੀ ਹੈਬਿਟੇਟ ਅਕੋਰਡਿੰਗ ਕੀ ਆ, ਉਸਨੇ ਉਸ ਰਿਸੋਰਸਸ ਨੂੰ ਯੂਜ਼ ਕਰਨ ਲਈ ਆਪਣੇ ਵਿੱਚ ਕਾਮਨ ਵੇਰੀਏਸ਼ਨ ਲੈਣ ਦੀਆਂ, ਕਿ ਜਾਂ ਉੱਥੋਂ ਦੇ ਇੱਦਾਂ ਦੇ ਅਡੈਪਟੇਸ਼ਨ ਕਰੀਆਂ ਕਿ ਉਹ ਸਿੰਗਲ ਹੈਬਿਟੇਟ ਨੂੰ ਹੀ ਯੂਜ਼ ਕਰ ਰਹੀਆਂ, ਤਾਂ ਉੱਦਾਂ ਦੀ ਜਿਹੜੀ ਐਵੋਲਿਊਸ਼ਨ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਕਨਵਰਜੈਂਟ ਐਵੋਲਿਊਸ਼ਨ। ਮੋਰ ਸਪੇਸਿਸ ਅਨਰਿਲੇਟਡ ਮੋਰ ਸਪੇਸਿਸ ਜਿਹੜੀਆਂ ਹੋਣਗੀਆਂ, ਮੋਰ ਸਪੇਸਿਸ ਜੋ ਅਨਰਿਲੇਟਡ ਹੋਣਗੀਆਂ ਸਿੰਗਲ ਹੈਬਿਟੇਟ ਚ ਆਉਣਗੀਆਂ, ਔਰ ਉੱਥੋਂ ਦੇ ਅਕੋਰਡਿੰਗ ਹੀ ਰਿਸੋਰਸਸ ਨੂੰ ਯੂਜ਼ ਕਰਨਾ ਸ਼ੁਰੂ ਕਰਤਾ, ਔਰ ਉਹਨਾਂ ਦੇ ਕੀ ਹੋ ਜਾਏਗਾ, ਉਹ ਵਾਲੇ ਇਸ ਟਾਈਪ ਦੀ ਜਿਹੜੀ ਆਪਣੇ ਕੋਲ ਹੋਏਗੀ ਕਿਹੜੀ ਵਾਲੀ ਹੋਏਗੀ, ਕਨਵਰਜੈਂਟ, ਕਿ ਦੋ ਸਪੇਸਿਸ ਕੀ ਹੋ ਗਈਆਂ, ਕਨਵਰਜ ਕਰ ਰਹੀਆਂ, ਇਕੱਠੀਆਂ ਹੋ ਰਹੀਆਂ ਕਿਸੇ ਇੱਕੋ ਹੀ ਬਾਈ ਜਿਓਗ੍ਰਾਫੀਕਲ ਏਰੀਆਜ਼ ਦੇ ਵਿੱਚ, ਤਾਂ ਉਸ ਤਰ੍ਹਾਂ ਦੀ ਜਿਹੜੀ ਆਪਣੇ ਕੋਲ ਐਵੋਲਿਊਸ਼ਨ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਕਨਵਰਜੈਂਟ ਐਵੋਲਿਊਸ਼ਨ ਜਾਂ ਅਡੈਪਟਿਵ ਕਨਵਰਜੈਂਸ। When more than one adaptive radiation appear to have occurred in an isolated geographical area, one can call it a convergent evolution. ਇਹਦੇ ਵਿੱਚ ਆਪਾਂ ਦੇਖੋ similarity in placental mammal and marsupials in Australia। ਇਹ ਦੇਖੋ ਆਪਾਂ ਅੱਗੇ ਤਾਂ ਡਿਫਰੈਂਟ ਐਗਜ਼ਾਮਪਲ ਪੜ੍ਹੀ ਹੈ, ਲੇਕਿਨ ਅਗਰ ਕਿਸੇ ਸਿੰਗਲ ਏਰੀਆ ਦੇ ਵਿੱਚ ਕਿਹੜੇ ਵੱਲ ਰਹਿ ਰਿਹਾ, ਪਲੇਸੈਂਟਲ ਵੀ ਰਹਿ ਰਿਹਾ, ਪਲੇਸੈਂਟਲ ਮੈਮਲ ਵੀ ਹੈ, ਔਰ ਨਾਲ ਕੀ ਰਹਿ ਰਿਹਾ, ਆਸਟ੍ਰੇਲੀਅਨ ਮਰਸੂਪੀਅਲ, ਪਲੇਸੈਂਟਲ ਮੈਮਲ ਵੀ ਹੈ, ਔਰ ਨਾਲ ਕੀ ਉਸੇ ਸੇਮ ਬਾਇਓਜੀਓਗ੍ਰਾਫਿਕ ਏਰੀਆ ਦੇ ਵਿੱਚ ਕੀ ਰਹਿ ਰਿਹਾ, ਆਸਟ੍ਰੇਲੀਅਨ ਮਰਸੂਪੀਅਲਸ ਰਹਿ ਰਿਹਾ। ਇਟ ਮੀਨਸ ਕੀ ਆ, ਉਸ ਪਲੇਸੈਂਟਲ ਮੈਂਬਰ ਔਰ ਆਸਟ੍ਰੇਲੀਅਨ ਜਿਹੜੇ ਮਰਸੂਪੀਅਲਸ ਆ ਉਹਨਾਂ ਦੇ ਵਿੱਚ ਕੁਝ ਕਾਮਨ ਕਰੈਕਟਰ ਕ੍ਰੀਏਟ ਹੋ ਗਿਆ, ਜਿਸ ਕਰਕੇ ਕੀ ਆ ਉਹ ਉਸ ਪਾਰਟਿਕੂਲਰ ਜਗ੍ਹਾ ਦੇ ਵਿੱਚ ਸਰਵਾਈਵ ਕਰ ਪਾ ਰਹੇ ਆ, ਤਾਂ ਉਹ ਕੀ ਕਰਕੇ ਉਸ ਪਾਰਟਿਕੂਲਰ ਏਰੀਆ ਨੂੰ ਕਨਵਰਜ ਕਰ ਗਿਆ। ਤਾਂ ਇਸ ਟਾਈਪ ਦੀ ਜਿਹੜੀ ਐਵੋਲਿਊਸ਼ਨ ਹੋਏਗੀ, ਕਿਉਂਕਿ ਉਹਨਾਂ ਦੇ ਵਿੱਚ ਕਾਮਨ ਹੀ ਕਰੈਕਟਰ ਕ੍ਰੀਏਟ ਹੋ ਗਏ ਹੋਣਗੇ, ਕਾਮਨ ਹੀ ਉਹਨਾਂ ਨੇ ਅਡੈਪਟੇਸ਼ਨ ਕਰ ਲਈਆਂ, ਤਾਂ ਇਸ ਟਾਈਪ ਦੇ ਜਿਹੜੇ ਕਾਮਨ ਅਡੈਪਟੇਸ਼ਨ ਹੋ ਗਈਆਂ ਡਿਫਰੈਂਟ ਸਪੇਸਿਸ ਦੇ ਵਿੱਚ, ਤਾਂ ਉਸ ਟਾਈਪ ਦੀ ਜਿਹੜੀ ਐਵੋਲਿਊਸ਼ਨ ਹੋਗੀ ਉਹ ਕਿਹੜੀ ਵਾਲੀ ਹੋਏਗੀ, ਕਨਵਰਜੈਂਟ ਐਵੋਲਿਊਸ਼ਨ। ਮੋਰ ਦੈਨ ਟੂ ਸਪੇਸਿਸ ਕੀ ਕਰ ਗਿਆ, ਕਾਮਨ ਕਰੈਕਟਰ ਜਾਂ ਕਾਮਨ ਅਡੈਪਟੇਸ਼ਨ ਹੋ ਗਈ ਉਹਨਾਂ ਦੇ ਵਿੱਚ, ਤਾਂ ਇਸ ਟਾਈਪ ਦੀ ਜਿਹੜੀ ਆਪਣੇ ਕੋਲ ਐਵੋਲਿਊਸ਼ਨ ਹੋਏਗੀ ਕਨਵਰਜੈਂਟ ਐਵੋਲਿਊਸ਼ਨ। ਇਹਦੇ ਵਿੱਚ ਆਪਾਂ ਨੂੰ ਐਗਜ਼ਾਮਪਲ ਦੇ ਰੱਖੀ, ਮੂਲ ਮਰਸੂਪੀਅਲ ਮੂਲ ਹੋ ਗਿਆ, ਇਹਨਾਂ ਦੇ ਕੀ ਕਾਮਨ ਕਰੈਕਟਰ ਹੋ ਗਿਆ, ਇੱਕ ਤਰਫ ਆਪਣੇ ਕੋਲ ਪਲੇਸੈਂਟਲ ਮੈਮਲ, ਦੂਸਰੀ ਤਰਫ ਆਸਟ੍ਰੇਲੀਅਨ ਮਰਸੂਪੀਅਲ, ਆਹ ਪਾਊਚ ਮੈਮਲ, ਆਹ ਸਿੰਪਲ ਮੈਮਲ ਆਪਣੇ ਕੋਲ। ਤਾਂ ਇਹਨਾਂ ਦੇ ਵਿੱਚ ਜਿਹੜੇ ਕਾਮਨ ਕਰੈਕਟਰ ਹੋਏ, ਲੇਕਿਨ ਇਹ ਡਿਫਰੈਂਟ ਸਪੇਸਿਸ ਆ ਦੋਨੋਂ, ਇੱਕ ਪਲੇਸੈਂਟਲ ਆ ਦੂਸਰਾ ਆਸਟ੍ਰੇਲੀਅਨ ਮਰਸੂਪੀਅਲਸ ਆ, ਲੇਕਿਨ ਸੇਮ ਹੈਬਿਟੇਟ ਹੋਣ ਕਰਕੇ ਇਹਨਾਂ ਦੇ ਵਿੱਚ ਕਾਮਨ ਕਰੈਕਟਰ ਆ ਚੁੱਕੇ ਆ, ਔਰ ਇਹਨਾਂ ਦੇ ਜ਼ਿਆਦਾ ਵੇਰੀਏਸ਼ਨ ਡਿਫਰੈਂਟ ਸਪੇਸਿਸ ਬਟ ਕਾਮਨ ਕਰੈਕਟਰ ਹੋਣ ਕਰਕੇ ਇਹਨਾਂ ਨੇ ਕੀ ਕਰ ਲਿਆ, ਕਨਵਰਜੈਂਟ ਐਵੋਲਿਊਸ਼ਨ ਦੇ ਵਿੱਚ ਆ ਗਿਆ। ਇਹਦਾ ਐਂਟੀਟਰ ਔਰ ਨੋਮਬੈਟ, ਇਹ ਵੀ ਇੱਕ ਤਾਂ ਐਂਟੀਟਰ ਦੇ ਫਾਰਮ ਦੇ ਵਿੱਚ, ਤਾਂ ਇਹਨਾਂ ਦੇ ਵਿੱਚ ਵੀ ਕਾਮਨ ਕਰੈਕਟਰ ਇਹਨਾਂ ਨੇ ਆਪਣੇ ਅੰਦਰ ਅਡੈਪਟ ਕਰ ਲਿਆ, ਤਾਂ ਇਹ ਕੀ ਕਰ ਗਿਆ, ਇਹ ਕਨਵਰਜੈਂਟ ਐਵੋਲਿਊਸ਼ਨ ਦੇ ਵਿੱਚ ਫੋਲ ਕਰ ਗਿਆ। ਤਾਂ ਮਾਊਸ ਐਂਡ ਮਰਸੂਪੀਅਲਸ, ਮਾਊਸ
ਇਹਨਾਂ ਦੇ ਵਿੱਚ ਵੀ ਕੀ ਆਪਣੇ ਕੋਲ ਸਿਮਿਲਰ ਹੀ ਕਰੈਕਟਰ ਫਾਰਮ ਹੋ ਜਾਂਦੇ ਹੋ ਗਿਆ ਕਾਮਨ ਹੈਬਿਟੇਟ ਕਰਕੇ ਕਹਿ ਲਓ ਜਾਂ ਫਿਰ ਸੇਮ ਬਾਈ ਜਿਓਗ੍ਰਾਫਿਕਲ ਏਰੀਆ ਉੱਥੇ ਰਿਸੋਰਸਸ ਨੂੰ ਯੂਜ਼ ਕਰਨ ਲਈ ਇਹਨਾਂ ਨੇ ਆਪਣੇ ਅੰਦਰ ਇੱਦਾਂ ਦੇ ਵੇਰੀਏਸ਼ਨ ਲੈਂਦੇ ਕਿ ਦੋਨੋਂ ਦੀ ਲੁੱਕ ਵੀ ਇੱਕ ਤਰ੍ਹਾਂ ਦੀ ਸੇਮ ਹੀ ਦਿਖਣ ਲੱਗ ਗਈ, ਲੇਕਿਨ ਦੋਨੋਂ ਡਿਫਰੈਂਟ ਸਪੀਸੀਜ਼ ਤੋਂ ਬਣੇ ਆ। ਲੇਕਿਨ ਇਹਨਾਂ ਦੇ ਵਿੱਚ ਕੀ ਹੋ ਗਿਆ, ਇਹ ਇੱਕ ਕਨਵਰਜੈਂਟ ਐਵੋਲਿਊਸ਼ਨ ਦੀ ਹੀ ਐਗਜ਼ਾਮਪਲ ਆ। ਨੀਚੇ ਵੀ ਆਪਣੇ ਕੋਲ ਪਏ ਹੋਏ ਆ ਸਾਰੇ ਕਿਹੜੇ ਕਨਵਰਜੈਂਟ ਐਵੋਲਿਊਸ਼ਨ ਦੀ ਹੀ ਐਗਜ਼ਾਮਪਲਸ ਆ। ਕਨਵਰਜੈਂਟ ਐਵੋਲਿਊਸ਼ਨ ਦੇ ਵਿੱਚ ਕੀ ਆਪਣੇ ਕੋਲ ਆਏਗਾ, ਪਲੇਜ਼ੈਂਟਲ ਮੈਮਲ ਐਂਡ ਮਰਸੂਪੀਅਲਸ ਇਨ ਆਸਟ੍ਰੇਲੀਆ। ਅਗਰ ਉਹ ਸੇਮ ਹੈਬਿਟੇਟ ਦੇ ਵਿੱਚ ਰਹਿ ਰਹੇ ਆ ਤਾਂ ਉਹਨਾਂ ਦੇ ਵਿੱਚ ਕੀ ਆ ਗਈਆਂ, ਜੋ ਆਪਣੇ ਕੋਲ ਇੱਥੇ ਦੋਨਾਂ ਨੂੰ ਇਕੱਠੇ ਹੀ ਕੰਸੀਡਰ ਕਰ ਰਹੇ ਹਾਂ ਆਪਾਂ, ਡਿਫਰੈਂਟ ਨਹੀਂ। ਲੇਕਿਨ ਜਿਹੜਾ ਆਪਾਂ ਅਡੈਪਟਿਵ ਰੇਡੀਏਸ਼ਨ ਦੇ ਵਿੱਚ ਪਲੇਜ਼ੈਂਟਲ ਮੈਮਲ ਨੂੰ ਆਪਾਂ ਪਹਿਲਾਂ ਲੈ ਲਿਆ ਸੀ, ਆਪਾਂ ਅਲੱਗ ਕੰਸੀਡਰ ਕਰਿਆ ਕਿਉਂਕਿ ਪਲੇਜ਼ੈਂਟਲ ਮੈਮਲ ਕੀ ਹੈ, ਇੱਕ ਸਿੰਗਲ ਐਂਸੈਸਟਰ ਤੋਂ ਬਣੇ ਲੇਕਿਨ ਡਿਫਰੈਂਟ ਬਾਇਓ ਜਿਓਗ੍ਰਾਫਿਕਲ ਏਰੀਆਜ਼ ਦੇ ਵਿੱਚ ਜਿੱਦਾਂ ਗਏ ਉਹ, ਤਾਂ ਉਹਨਾਂ ਨੇ ਉਸ ਅਕੋਰਡਿੰਗ ਆਪਣੇ ਆਪ ਨੂੰ ਕੀ ਕਰ ਲਿਆ, ਚੇਂਜ ਕਰ ਲਿਆ। ਤਾਂ ਉਸ ਅਕੋਰਡਿੰਗ ਆਪਾਂ ਕੀ ਕਹਤਾ, ਨਿਊ ਸਪੀਸੀਜ਼ ਫਾਰਮ ਹੋਈਆਂ। ਇੱਥੇ ਨਿਊ ਸਪੀਸੀਜ਼ ਫਾਰਮ ਹੋ ਰਹੀਆਂ ਨੇ, ਇੱਥੇ ਕਿ ਟੂ ਸਪੀਸੀਜ਼ ਜਿਹੜੀਆਂ ਹੈਗੀਆਂ ਉਹ ਇੱਕੋ ਜਿਹੀਆਂ ਫਾਰਮ ਹੋ ਰਹੀਆਂ ਨੇ। ਦੋ ਸਪੀਸੀਜ਼ ਦੇ ਰਿਸੋਰਸਸ ਅਕੋਰਡਿੰਗ ਉਹਨਾਂ ਨੇ ਆਪਣੇ ਆਪ ਨੂੰ ਸਿਮਿਲੈਰਿਟੀਜ਼ 'ਚ ਲੈ ਆਉਂਦਾ, ਤੇ ਇਹ ਕਨਵਰਜੈਂਟ ਐਵੋਲਿਊਸ਼ਨ। ਤਾਂ ਦੂਸਰੀ ਆਪਣੇ ਕੋਲ ਕੀ ਹੈ, ਸਿੰਗਲ ਸਪੀਸੀਜ਼ ਤੋਂ ਬਹੁਤ ਸਾਰੀਆਂ ਸਪੀਸੀਜ਼ ਫਾਰਮ ਹੋ ਰਹੀਆਂ ਨੇ, ਤੇ ਕਿਹੜੇ ਵਾਲੀਆਂ ਨੇ, ਇਹ ਡਿਵਰਜੈਂਟ। ਨੈਕਸਟ ਹੈ ਇਦਾਂ ਦੀ ਹੀ ਇੱਕ ਐਗਜ਼ਾਮਪਲ ਆਪਣੇ ਕੋਲ ਆ ਸ਼ਾਰਕ ਐਂਡ ਵੀਲ ਦੀ। ਸ਼ਾਰਕ ਐਂਡ ਵੀਲ ਇਹ ਦੋਨੋਂ ਹੀ ਅਨਰਿਲੇਟਡ ਕੈਟਾਗਰੀਜ਼ ਦੀਆਂ ਆਪਣੇ ਕੋਲ ਦੋ ਸਪੀਸੀਜ਼ ਹੈ, ਲੇਕਿਨ ਦੋਨੋਂ ਨੇ ਅਕੁਆਟਿਕ ਹੈਬਿਟੇਟ ਨੂੰ ਕੀ ਕਰ ਰੱਖਿਆ, ਅਡੈਪਟ ਕਰ ਰੱਖਿਆ। ਵੇਰੀਅਸ aquatic vertebrate are not closely related but adapt to survive in aquatic habitat। ਤਾਂ ਇਹ ਕੀ ਹੋ ਗਿਆ, ਇਹ ਇੱਕ ਕਨਵਰਜੈਂਟ ਐਵੋਲਿਊਸ਼ਨ ਦਾ ਹੀ ਹਿੱਸਾ। ਕਨਵਰਜੈਂਟ ਐਵੋਲਿਊਸ਼ਨ, ਕਨਵਰਜੈਂਟ ਐਵੋਲਿਊਸ਼ਨ ਦੇਖੋ ਦੋਨੋਂ ਡਿਫਰੈਂਟ ਸਪੀਸੀਜ਼ ਆ, ਬਟ aquatic habitat ਅਕੋਰਡਿੰਗ ਉਹਨਾਂ ਨੇ ਆਪਣੇ ਅੰਦਰ ਇੱਦਾਂ ਦੀ ਅਡੈਪਟੇਸ਼ਨ ਕਰਨੀ ਹੈ ਕਿ ਆਪਾਂ ਨੂੰ ਇੱਦਾਂ ਲੱਗ ਰਿਹਾ ਕਿ ਇਹ ਦੋਨੋਂ ਹੀ ਰਿਲੇਟਡ ਸਪੀਸੀਜ਼ ਆ ਔਰ ਉਹਨਾਂ ਦਾ aquatic habitat ਹੈ। ਲੇਕਿਨ ਰਿਐਲਿਟੀ ਕੁਝ ਹੋਰ ਆ ਕਿ ਦੋਨੋਂ ਹੀ ਡਿਫਰੈਂਟ ਟਾਈਪ ਦੀਆਂ ਸਪੀਸੀਜ਼ ਆ ਔਰ ਇੱਕ ਦੂਜੇ ਨੂੰ ਕਲੋਜ਼ਲੀ ਰਿਲੇਟ ਨਹੀਂ ਕਰਦੀਆਂ, ਲੇਕਿਨ ਦੋਨੋਂ ਹੀ ਸਰਵਾਈਵ ਕਰ ਰਹੇ ਆ aquatic habitat ਵਿੱਚ। ਤੇ ਆਪਣੇ ਕੋਲ ਕਿਹਦੀ ਐਗਜ਼ਾਮਪਲ ਆ, ਕਨਵਰਜੈਂਟ ਐਵੋਲਿਊਸ਼ਨ। ਨੈਕਸਟ ਆਪਣੇ ਕੋਲ ਐਵੀਡੈਂਸ ਫਰੋਮ ਐਮਬ੍ਰਿਓਲੋਜੀ। ਐਮਬ੍ਰਿਓਲੋਜੀ ਕਿਆ ਕਿਨੇ ਸੀ, ਬੀਅਰਸ ਨੇ ਇੱਕ ਲਾ ਦਿੱਤਾ ਸੀਗਾ, ਉਹਦੇ 'ਚ ਕੀ ਕਿਹਾ ਸੀ ਕਿ ਕੋਈ ਵੀ ਆਰਗੇਨਿਜ਼ਮ ਹੈ ਜਦੋਂ ਆਪਣੇ ਐਮਬ੍ਰਿਓਨਿਕ ਸਟੇਜ ਦੇ ਵਿੱਚ ਹੁੰਦਾ ਤੇ ਜਨਰਲ ਉਹ ਆਪਣੇ ਐਂਸੈਸਟਰ ਦੇ ਅਡਲਟ ਸਟੇਜ ਨੂੰ ਸ਼ੋ ਕਰਦੇ ਆ। ਐਮਬ੍ਰਿਓਨਿਕ ਸਟੇਜ ਦੇ ਵਿੱਚ ਕੀ ਕਰਦੇ ਆ, ਜੋ ਵੀ ਉਹਨਾਂ ਦਾ ਐਂਸੈਸਟਰ ਜਿਸ ਤੋਂ ਉਹ ਐਵੋਲਿਊਟ ਹੋ ਕੇ ਆਏ ਆ ਉਸ ਦੇ ਐਮਬ੍ਰਿਓਨਿਕ ਸਟੇਜ, ਉਸ ਦੇ ਅਡਲਟ ਸਟੇਜ ਨੂੰ ਸ਼ੋ ਕਰਦੇ ਆ। ਐਨ ਆਰਗੇਨਿਜ਼ਮ ਸ਼ੋ ਇਟਸ ਐਂਸੈਸਟਰ ਸਟੇਜ in its embryonic development. In an embryo stage, generally characters appear first and specialized character appears later। ਨੇ ਕਿਹਾ ਸੀ ਜਰਨਲੀ ਕਰੈਕਟਰ ਜਿਹੜੇ ਹੋਣਗੇ ਉਹ ਪਹਿਲਾਂ ਆਉਣਗੇ ਔਰ ਜਿਹੜੇ ਸਪੈਸ਼ਲ ਕਰੈਕਟਰ ਹੋਣਗੇ ਉਹ ਬਾਅਦ ਵਿੱਚ ਆਉਣਗੇ। ਤਾਂ ਰਿਕੈਪਚੁਲੇਸ਼ਨ ਥਿਊਰੀ ਬਹੁਤ ਇੰਪੋਰਟੈਂਟ ਹੈ। ਰਿਕੈਪਚੁਲੇਸ਼ਨ ਥਿਊਰੀ ਜੋ ਫਾਦਰ ਆਫ ਐਮਬ੍ਰਿਓਲੋਜੀ ਹੈ ਕਿਹੜੇ ਵਾਲਾ, ਉਹ ਬੀਅਰ। ਔਰ ਕੈਪਚੁਲੇਸ਼ਨ ਥਿਊਰੀ ਕਿੰਨੇ ਕਰੀ ਸੀ, ਪਹਿਲਾਂ ਮਿਲਰ ਨੇ ਪ੍ਰਪੋਜ਼ ਕਰੀ ਔਰ ਬਾਅਦ ਵਿੱਚ ਕਿੰਨੇ ਕਰੀ, ਅਰਨੈਸਟ ਹੈਕਲ ਨੇ ਬਾਅਦ ਚ ਐਕਸਪਲੇਨ ਕਰੀ। ਰਿਕੈਪਚੁਲੇਸ਼ਨ ਕੀ ਹੈ, ਰਿਕੈਪਚੁਲੇਸ਼ਨ ਹੀ ਹੋ ਰਿਹਾ ਦੇਖੋ। ਐਮਬ੍ਰਿਓਨਿਕ ਸਟੇਜ ਫਿਸ਼ਸ ਦੇ ਰੱਖੇ ਆ, ਸਲੈਮੈਂਡਰ, ਲਿਜ਼ਾਰਡ, ਬਰਡ, ਮੈਮਲ, ਦੇਖੋ ਸਾਰਿਆਂ ਦੇ ਐਮਬ੍ਰਿਓਨਿਕ ਸਟੇਜ ਇੱਕ ਦੂਸਰੇ ਨਾਲ ਮੈਚ ਕਰਨੀ ਹੈ। ਜਿੱਦਾਂ ਤਾਂ ਨੈਕਸਟ ਸਟੇਜ ਆ ਰਹੀ ਆ, ਤੁਸੀਂ ਦੇਖੋ ਕਿ ਇਹਨਾਂ ਦੇ ਵਿੱਚ ਸਿਮਿਲੈਰਿਟੀਜ਼ ਕਿੰਨੀਆਂ ਜ਼ਿਆਦਾ। ਹਾਂ ਇਹੀ ਹੈ ਰਿਕੈਪਚੁਲੇਸ਼ਨ ਕਿ ਜਦੋਂ ਵੀ ਆਪਣੇ ਕੋਲ ਐਮਬ੍ਰਿਓਨਿਕ ਸਟੇਜ ਜਿਹੜੀ ਹੋਏਗੀ, ਐਮਬ੍ਰਿਓਨਿਕ ਸਟੇਜ ਦੇ ਵਿੱਚ ਜੋ ਡਿਵੈਲਪਮੈਂਟ ਹੋਏਗੀ ਐਮਬ੍ਰਿਓ ਦੀ, ਤਾਂ ਆਪਣੇ ਐਂਸੈਸਟਰ ਅਡਲਟ ਸਟੇਜ ਨੂੰ ਸ਼ੋ ਕਰਦੇ ਆ। ਐਂਸੈਸਟਰ ਸਟੇਜ ਨੂੰ ਕੀ ਕਰਦੇ ਆ, ਸ਼ੋ ਕਰਦੇ ਆ, ਸ਼ੋ
करते। देखो अकॉर्डिंग टू ontogeny recapitulate phylogeny, it means any organism show its ancestral adult stage during its embryonic development. It shows that all organism evolved from common ancestor। ਤਾਂ ਦੇਖੋ ਜਿੱਦਾਂ ਆਪਾਂ ਹੁਣ ਗੱਲ ਕਰਦੇ ਹਾਂ ਮੈਮਲ ਹੋ ਗਿਆ, ਬਰਡ ਹੋ ਗਿਆ, ਲਿਜ਼ਾਰਡ, ਸਲੈਮੈਂਡਰ, ਇੱਕ ਸਿੰਗਲ ਹੀ ਟਾਈਪ ਦੇ ਅਨਸੈਸਟਰ ਤੋਂ ਡਿਵੈਲਪ ਹੋਏ ਆ। ਤਾਂ ਇਸ ਤਰ੍ਹਾਂ ਇਹਨਾਂ ਐਮਬ੍ਰਿਓਨਿਕ ਸਟੇਜ ਦੇਖੋ ਸਿਮਿਲਰ ਹੋ ਰਹੀ ਹੈ ਔਰ ਇਹ ਆਪਣੇ ਅਡਲਟ ਅਨਸੈਸਟਰ ਦੇ ਅਡਲਟ ਸਟੇਜ ਨੂੰ ਸ਼ੋ ਕਰਦੇ ਆ। ਤਾਂ ਐਵੇਂ ਦੀ ਅੱਗੇ ਨੈਕਸਟ ਆਪਣੇ ਕੋਲ ਐਗਜ਼ਾਮਪਲ ਦੇ ਰੱਖੀ ਹੈ। ਦੇਖੋ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਐਮਫੀਬੀਅਨ, ਰੈਪਟਾਈਲ, ਬਰਡਸ, ਮੈਮਲ, ਤਾਂ ਜਿੰਨੇ ਵੀ ਆਪਣੇ ਕੋਲ ਰੈਪਟਾਈਲ ਹੈ, ਬਰਡਸ ਦੇ ਰੱਖੇ ਜਾਂ ਮੈਮਲ ਹੈਗੇ ਆ, ਇਹਨਾਂ ਜਦੋਂ ਵੀ ਐਮਬ੍ਰਿਓਨਿਕ ਸਟੇਜਮੈਂਟ ਹੁੰਦੀ, ਜਦੋਂ ਇਹਨਾਂ ਦੇ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ, ਤਾਂ ਉਹਦੇ 'ਚ ਪਹਿਲਾਂ ਸਾਰੇ ਦੇ ਸਾਰੇ ਵਰਟੇਬ੍ਰੇਟ ਜਿੰਨੇ ਵੀ ਆ ਉਹਨਾਂ ਦੇ ਵਿੱਚ 2 ਚੈਂਬਰਡ ਹਾਰਟ ਫਾਰਮ ਹੁੰਦਾ। 2 ਚੈਂਬਰ, ਤੇ 2 ਚੈਂਬਰਡ ਹਾਰਟ ਫਾਰਮ ਹੋਏਗਾ। 2 ਚੈਂਬਰਡ ਹਾਰਟ ਕਿਹਦੇ 'ਚ ਹੁੰਦਾ? ਫਿਸ਼ਸ 'ਚ ਹੁੰਦਾ। ਕਿਹਦੇ 'ਚ ਹੁੰਦਾ 2 ਚੈਂਬਰਡ ਹਾਰਟ? ਫਿਸ਼ਸ ਦੇ ਵਿੱਚ 2 ਚੈਂਬਰਡ ਹਾਰਟ ਫਾਰਮ ਹੋਏਗਾ। ਤਾਂ 2 ਚੈਂਬਰਡ ਹਾਰਟ ਜਿਹੜਾ ਉਹ ਇੱਕ ਤਰ੍ਹਾਂ ਦਾ ਫਿਸ਼ਸ ਨੂੰ ਰਿਪਰੈਜ਼ੈਂਟ ਕਰਦਾ। ਤਾਂ ਦੇਖੋ ਮੈਮਲ ਹੈ, ਬਰਡ ਹੈ, ਲਿਜ਼ਾਰਡ, ਇਹ ਸਾਰੇ ਦੇ ਸਾਰੇ, ਲਿਜ਼ਾਰਡ ਕਿਤੇ ਚਾਹੁੰਦਾ ਰੈਪਟਾਈਲ ਦੇ ਵਿੱਚ ਆ ਜਾਂਦੇ ਆ। ਤੇ ਜਿਹੜੇ ਆ ਇਹ ਟੋਟਲੀ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ? ਫਿਸ਼ਸ ਨੂੰ। ਓਕੇ, 2 ਚੈਂਬਰਡ ਹਾਰਟ ਫਿਸ਼ਸ ਦੇ ਵਿੱਚ ਹੁੰਦਾ। ਤੇ ਜਦੋਂ ਵੀ ਸਾਰੇ ਮੈਮਲ ਚਾਹੇ ਰੈਪਟਾਈਲ ਹੈ, ਬਰਡ ਹੈ, ਤਾਂ ਇਹਨਾਂ ਦੇ ਪਹਿਲਾਂ ਹਾਰਟ ਕਿਹੜੇ ਵੱਲ ਹੋਏਗਾ? 2 ਚੈਂਬਰਡ ਫਾਰਮ ਹੁੰਦਾ, ਜੋ ਕਿ ਇੱਕ ਫਿਸ਼ ਦੇ ਆਪਾਂ ਜਾਂ ਫਿਸ਼ ਦੇ ਨਾਲ ਰਿਸੈਂਬਲ ਕਰਦਾ। ਤੇ ਨੈਕਸਟ ਜੋ ਸਟੇਜ ਹੋਏਗੀ ਉਹਦੇ 'ਚ ਕੀ ਆਪਣੇ ਕੋਲ ਹੋਏਗਾ? 3 ਚੈਂਬਰਡ ਹਾਰਟ ਫਾਰਮ ਹੋਏਗਾ। 3 ਚੈਂਬਰਡ ਹਾਰਟ ਮਤਲਬ ਐਮਫੀਬੀਅਨ, ਰੈਪਟਾਈਲ, ਬਰਡ ਤੇ ਮੈਮਲ, ਜਦੋਂ ਇਹਨਾਂ ਦੇ 2 ਚੈਂਬਰ ਤੋਂ ਬਾਅਦ ਵਿੱਚ ਹਾਰਟ ਬਣੇਗਾ 3 ਚੈਂਬਰ। 3 ਚੈਂਬਰਡ ਹਾਰਟ ਕਿਹਨਾਂ ਦੇ ਵਿੱਚ ਹੁੰਦਾ? ਆਪਣੇ ਕੋਲ ਐਮਫੀਬੀਅਨ, ਰੈਪਟਾਈਲ ਦੇ ਵਿੱਚ ਹੋਏਗਾ 3 ਚੈਂਬਰਡ ਹਾਰਟ। ਕਿਉਂਕਿ ਜੋ ਮੈਮਲ ਪਹੁੰਚੇ ਉਹ ਕਿੱਥੋਂ ਪਹੁੰਚੇ? ਫਿਸ਼ਸ, ਦੈਨ ਕਿੱਥੇ? ਐਮਫੀਬੀਅਨ, ਐਮਫੀਬੀਅਨਸ, ਉਸ ਤੋਂ ਬਾਅਦ ਕੀ ਬਣਿਆ? ਰੈਪਟਾਈਲ, ਨੈਕਸਟ ਕਿਹੜੀ ਆਈ? ਮੈਮਲ, ਮੈਮਲ ਐਂਡ ਬਰਡ, ਇਹ ਲਾਸਟ ਵਾਲੀ ਸਟੇਜ ਆ। ਤਾਂ ਫਿਸ਼ਸ ਕਿਹੜੇ ਵਾਲੀ? 2 ਚੈਂਬਰਡ ਹਾਰਟ। ਐਮਫੀਬੀਅਨ ਕਿਹੜੇ ਹੈਗੇ ਆ? 3 ਚੈਂਬਰਡ ਹਾਰਟ। ਰੈਪਟਾਈਲ ਵੀ ਕਿਹੜੇ ਹੈਗੇ ਆ? 3 ਚੈਂਬਰਡ ਹਾਰਟ। ਔਰ ਲਾਸਟ ਮੈਮਲ ਆਪਣੇ ਕੋਲ ਰਹਿ ਜਾਂਦੇ ਕਿਹੜੇ ਵਾਲੇ ਹੈਗੇ ਆ? 4 ਚੈਂਬਰਡ ਹਾਰਟ। ਬਰਡ ਐਂਡ ਮੈਮਲ ਜਿਹੜੇ ਹੈਗੇ ਆ 4 ਚੈਂਬਰ ਹਾਰਟ ਆ। ਲੇਕਿਨ ਜਦੋਂ ਐਮਬ੍ਰਿਓਨਿਕ ਸਟੇਜ ਆ ਰਹੀਆਂ ਮੈਮਲ ਦੀਆਂ, ਤਾਂ ਪਹਿਲਾਂ ਸਭ ਤੋਂ ਪਹਿਲਾਂ ਹਾਰਟ 2 ਚੈਂਬਰਡ ਹੋਏਗਾ, ਜੋ ਕਿ ਫਿਸ਼ ਦੇ ਅਡਲਟ ਸਟੇਜ ਤੇ ਰਿਪਰੈਜ਼ੈਂਟ ਕਰ ਰਿਹਾ। ਫਿਰ ਇਹ 3 ਚੈਂਬਰਡ ਹਾਰਟ। ਤਾਂ ਨੈਕਸਟ ਸਟੇਜ ਜਿਹੜੀ ਹੈ ਫਿਸ਼ਸ ਤੋਂ ਐਮਫੀਬੀਅਨ ਵਾਲੀ, ਤੇ 3 ਚੈਂਬਰਡ ਹਾਰਟ ਕਿਹਦੇ ਨਾਲ ਰਿਸੈਂਬਲ ਕਰਦਾ? ਐਮਫੀਬੀਅਨ ਨਾਲ ਜਾਂ ਰੈਪਟਾਈਲ ਨਾਲ। ਤਾਂ ਲਾਸਟ ਸਟੇਜ ਕੀ ਹੈ? ਫਿਰ ਉਸ ਤੋਂ ਬਾਅਦ ਵਿੱਚ ਜੋ ਹੈ ਮੈਮਲ ਐਂਡ ਬਰਡ ਦਾ ਜਿਹੜਾ ਹਾਰਟ ਹੈ ਉਹ 4 ਚੈਂਬਰ ਡਿਵੈਲਪ ਹੁੰਦਾ। ਤਾਂ ਦੇਖੋ ਇੱਕ ਮੈਮਲ ਦੀ ਜਿਹੜੀ ਐਮਬ੍ਰਿਓਨਿਕ ਸਟੇਜ ਹੈ, ਜੋ ਉਹਦੇ ਡਿਵੈਲਪਮੈਂਟ ਸਟੇਜਸ ਆ ਰਹੀਆਂ, ਉਹ ਆਪਣੇ ਐਂਸੈਸਟਰ ਦੀਆਂ ਸਾਰੇ ਦੇ ਸਾਰੀਆਂ ਸਟੇਜਸ ਨੂੰ ਸ਼ੋ ਕਰਦੇ ਆ। ਤਾਂ ਇਸ ਨੂੰ ਆਪਾਂ ਕਹਿੰਦੇ ਆ ਰਿਕੈਪੀਚੁਲੇਸ਼ਨ। ਰਿਕੈਪੀਚੁਲੇਸ਼ਨ ਥਿਊਰੀ। ਔਰ ਰਿਕੈਪੀਚੁਲੇਸ਼ਨ ਥਿਊਰੀ ਦੇ ਕਿੰਨੇ ਸੀਗੀ? ਪ੍ਰਪੋਜ਼ ਕਰੀ ਸੀ ਮੁਲਰ ਨੇ ਔਰ ਐਕਸਪਲੇਨ ਕਰੀ ਸੀ ਅਰਨੈਸਟ ਹੈਕਲ ਨੇ। ਫਾਦਰ ਆਫ ਐਮਬ੍ਰਿਓਲੋਜੀ ਕੌਣ ਹੈ? ਬੀਅਰ। याद रखना, इंपॉर्टेंट क्वेश्चन है। नेक्स्ट है अपने को थ्योरी ऑफ ऑर्गेनिक एवोल्यूशन। ਆਪਾਂ ਆਲਰੇਡੀ ਕਰਕੇ ਆਏ ਸੀ ਕਿ ਐਵੋਲੂਸ਼ਨ ਦਾ ਜੋ ਸਭ ਤੋਂ ਜ਼ਿਆਦਾ ਸਟਰੋਂਗ ਵਾਲਾ ਤਾਂ ਪਹਿਲਾਂ ਆਪਾਂ ਕੈਮੀਕਲ ਐਵੋਲੂਸ਼ਨ ਕਰੀ, ਉਸ ਤੋਂ ਬਾਅਦ ਆਪਾਂ ਆਰਗੈਨਿਕ ਐਵੋਲੂਸ਼ਨ। ਤਾਂ ਥਿਊਰੀ ਆਫ ਲੈਮਾਰਕ ਨੇ ਇਹ ਅਲੱਗ-ਅਲੱਗ ਜਿੰਨਾ ਸਟੱਡੀ ਕਰੀ ਹੈ ਐਵੋਲੂਸ਼ਨ ਤੇ ਸਭ ਤੋਂ ਪਹਿਲਾਂ ਥਿਊਰੀ ਆਫ ਲੈਮਾਰਕ, ਫਿਰ ਜਰਮੋਪਲਾਜ਼ਮ ਥਿਊਰੀ। ਜੋ ਲੈਮਾਰਕ ਨੇ ਕਿਹਾ ਸੀ ਉਸ ਨੂੰ ਚੈਲੰਜ ਕਰਤਾ ਨੈਕਸਟ ਜਰਮੋਪਲਾਜ਼ਮ ਥਿਊਰੀ ਨੇ। ਜਰਮੋਪਲਾਜ਼ਮ ਤੋਂ ਬਾਅਦ ਵਿੱਚ ਡਾਰਵਿਨ ਨੂੰ ਫਿਰ ਕਿੰਨੇ ਕਰਤਾ? ਚੈਲੰਜ ਕਰਤਾ ਹਿਊਗੋ ਡਿਵਾਇਸ। और नेक्स्ट विच है नियो डवाफिज्म, मॉडर्न सिंथेटिक थ्योरी ऑफ ऑर्गेनिक एवोल्यूशन। सब तो लास्ट वाली आ वाली है जो डार्विन
ਔਰ 2-3 ਜਣਿਆਂ ਨੇ ਮਿਲ ਕੇ ਇਸ ਥਿਊਰੀ ਨੂੰ ਪ੍ਰਪੋਜ਼ ਕਰਿਆ ਸੀ। ਤਾਂ ਸਭ ਤੋਂ ਪਹਿਲਾਂ ਲੈਮਾਰਕ ਦੀ ਜਿਹੜੀ ਥਿਊਰੀ ਹੈ ਉਸਨੂੰ ਆਪਾਂ ਕਹਿੰਦੇ ਲੈਮਾਰਕਿਜ਼ਮ। ਲੈਮਾਰਕ ਨੇ ਜੋ ਥਿਊਰੀ ਦਿੱਤੀ ਸੀ ਉਹ ਕਿਹੜੀ ਹੈ? ਲੈਮਾਰਕਿਜ਼ਮ। ਔਰ ਲੈਮਾਰਕਿਜ਼ਮ ਥਿਊਰੀ ਦੇ ਵਿੱਚ ਹੈ ਕਿ ਹੋਰ ਤਾਂ ਕੁਝ ਨਹੀਂ, ਆਉਣ ਵਾਲਾ ਈਅਰਸ ਦਾ ਕੁਝ ਲੈਣਾ ਦੇਣਾ ਨਹੀਂ ਹੈ। ਔਰ ਇਸ ਦੀ ਬੁੱਕ ਪੁੱਛ ਸਕਦੇ ਕਿਹੜੇ ਵਾਲੀ ਹੈ? ਲੋਸਪਲੇ ਜੂਲੋਜੀਓ। ਔਰ ਇਸ ਦੀ ਜਿਹੜੀ ਲੈਮਾਰਕਿਜ਼ਮ ਥਿਊਰੀ ਹੈ, ਇਸਨੇ ਕਿਹਾ ਕੀ ਸੀ? ਕਹਿੰਦੇ ਇੰਟਰਨਲ ਵਿਟਲ ਫੋਰਸਸ ਹੁੰਦੀਆਂ ਹਰੇਕ ਆਰਗੇਨਿਜ਼ਮ ਦੇ ਵਿੱਚ, ਹਰੇਕ ਜਾਂ ਡਿਫਰੈਂਟ ਟਾਈਪ ਦੇ ਜੋ ਵੀ ਇੰਡੀਵਿਜੂਅਲ ਹੋਏਗਾ, ਇੰਟਰਨਲ ਵਿਟਲ ਫੋਰਸ ਹੁੰਦੀਆਂ। ਉਸਦਾ ਕੰਮ ਕੀ ਹੈ? ਇੰਟਰਨਲ ਵਿਟਲ ਫੋਰਸਸ ਹੁੰਦੀਆਂ each individual। ਔਰ ਇਸ ਦਾ ਕੰਮ ਕੀ ਹੈ? ਇੰਟਰਨਲ ਵਿਟਲ ਫੋਰਸਸ ਜਿਹੜੀਆਂ ਹੈਗੀਆਂ, ਇਹਦਾ ਕੰਮ ਕੀ ਹੈ ਕਿ ਜਿੱਦਾਂ ਰਿਸੋਰਸਸ ਨੂੰ ਯੂਜ਼ ਕਰਨਾ ਉਸ ਅਕੋਰਡਿੰਗ ਕੀ ਕਰਦੇ ਆ, ਇਹ ਆਪਣੇ ਬੋਡੀ ਦਾ ਸਾਈਜ਼, ਬੋਡੀ ਸਾਈਜ਼ ਜਾਂ ਫਿਰ ਆਰਗਨ ਸਾਈਜ਼ ਇੰਕਰੀਜ਼ ਕਰ ਸਕਦੇ ਆ, ਇੰਕਰੀਜ਼ ਕਰ ਸਕਦੇ ਹਨ। ਇੰਟਰਨਲ ਵਿਟਲ ਫੋਰਸਸ ਇਨ ਈਚ ਇੰਡੀਵਿਜੂਅਲ, ਹਰੇਕ ਆਰਗੇਨਿਜ਼ਮ ਦੇ ਵਿੱਚ ਇੱਦਾਂ ਦੀ ਇੱਕ ਫੋਰਸ ਹੈ ਜਿਸ ਨਾਲ ਉਹ ਕੀ ਕਰਦੇ ਆ, ਆਪਣੇ ਬੋਡੀ ਦਾ ਸਾਈਜ਼ ਜਾਂ ਫਿਰ ਆਰਗਨ ਦਾ ਸਾਈਜ਼ ਇੰਕਰੀਜ਼ ਕਰ ਸਕਦੇ ਆ ਅਕੋਰਡਿੰਗ ਟੂ এনवायरमेंट। ਕਿ ਜਿੱਦਾਂ ਦੇ এনवायरमेंट ਦੇ ਵਿੱਚ ਚੇਂਜਸ ਆ ਰਹੀਆਂ ਉਸ ਅਕੋਰਡਿੰਗ ਉਹ ਆਪਣੇ ਹੌਲੀ ਇਹ ਜਲਦੀ ਨਾਲ ਹੋਣ ਵਾਲਾ ਨਹੀਂ ਹੈ ਚੇਂਜ, ਕਿ ਇਹ ਅਕੋਰਡਿੰਗ ਟੂ ਮਤਲਬ ਇਹ ਗ੍ਰੈਜੂਅਲੀ ਚੇਂਜ ਹੋਏਗਾ, ਇਹ ਅਚਾਨਕ ਚੇਂਜ ਹੋਣ ਵਾਲਾ ਨਹੀਂ ਹੈ। ਕਿ ਹਰੇਕ ਸਪੇਸਿਸ ਦੇ ਵਿੱਚ ਇਹ ਵਾਲੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਉਹਨਾਂ ਦੇ ਵਿੱਚ ਇੰਟਰਨਲ ਵਿਟਲ ਫੋਰਸਸ ਸੀ, ਜਿਸ ਕਰਕੇ ਉਸਨੇ ਆਪਣੇ ਆਰਗਨ ਜਾਂ ਬੋਡੀ ਸਾਈਜ਼ ਕੀ ਕਰ ਲਿਆ, ਚੇਂਜ ਕਰ ਲਿਆ। ਜਿੱਦਾਂ ਆਪਾਂ ਪਹਿਲਾਂ ਐਵੋਲੂਸ਼ਨ ਫੋਰਸ ਦੀ ਪੜ੍ਹੀ ਹੈ, ਸਮੋਲ ਸਾਈਜ਼ ਤੋਂ ਕੀ ਹੁੰਦੇ ਗਏ, ਲਾਰਜਰ ਸਾਈਜ਼ ਤੋਂ ਹੁੰਦੇ ਗਏ, ਉਹਨਾਂ ਦੇ ਬੋਡੀ ਆਰਗਨ ਵੀ ਚੇਂਜ ਹੋਏ ਆ। ਤਾਂ ਉਹਨਾਂ ਦੇ ਵਿੱਚ ਕੀ ਸੀ, ਇੱਕ ਇੰਟਰਨਲ ਵਿਟਲ ਫੋਰਸ ਹੁੰਦੀ ਹੈ ਹਰੇਕ ਇੰਡੀਵਿਜੂਅਲ ਦੇ ਵਿੱਚ, ਜਿਹੜਾ ਉਸਦੇ ਬੋਡੀ ਸਾਈਜ਼ ਐਂਡ ਆਰਗਨ ਸਾਈਜ਼ ਨੂੰ ਵਧਾ ਸਕਦੇ ਆ। ਨੈਕਸਟ ਹੈ ਇਫੈਕਟ ਆਫ এনवायरमेंट ਐਂਡ ਨਿਊ ਨੀਡਸ। ਤਾਂ ਸੈਕਿੰਡ ਇਸਨੇ ਪੁਆਇੰਟ ਦਿੱਤਾ ਸੀ, ਇਹ ਲੈਮਾਰਕਿਜ਼ਮ ਥਿਊਰੀ ਹੈ। ਪਹਿਲਾਂ ਇੰਟਰਨਲ ਵਿਟਲ ਫੋਰਸ ਇਹਨਾਂ ਨੇ ਦੇ ਰੱਖਿਆ ਔਰ ਸੈਕਿੰਡ ਪੁਆਇੰਟ ਕਹਿ ਦਿੱਤਾ ਇਫੈਕਟ ਆਫ এনवायरमेंट, ਕਿ ਜੋ এনवायरमेंट ਦਾ ਇਫੈਕਟ ਹੈ, ਜੋ ਰਿਸੋਰਸਸ ਹੋਣਗੇ এনवायरमेंट ਦੇ ਵਿੱਚ, ਤਾਂ ਆਰਗੇਨਿਜ਼ਮ ਉਸ ਰਿਸੋਰਸਸ ਨੂੰ ਯੂਟੀਲਾਈਜ਼ ਕਰਨ ਲਈ ਆਪਣੇ ਅੰਦਰ ਕੀ ਕਰੇਗਾ, ਚੇਂਜਸ ਲੈ ਕੇ ਆਏਗਾ। এনवायरमेंट ਇਨਫਲੂਐਂਸਸ ਆਲ ਟਾਈਪ ਆਰਗੇਨਿਜ਼ਮ, ਚੇਂਜਿੰਗ ਇਨ এনवायरमेंट ਗਿਵਸ ਰਾਈਜ਼ ਟੂ ਨਿਊ ਨੀਡਸ। ਜਿੱਦਾਂ ਜਿੱਦਾਂ এনवायरमेंट ਚੇਂਜ ਹੋਏਗਾ ਤਾਂ ਉਸ ਅਕੋਰਡਿੰਗ ਕੀ ਹੋਏਗਾ, ਆਰਗੇਨਿਜ਼ਮ ਦੀਆਂ ਨੀਡਸ ਵੀ ਚੇਂਜ ਹੋਣਗੀਆਂ। ਉਸ ਨੀਡਸ ਨੂੰ ਦੇਖਦੇ ਹੋਏ ਉਹ ਆਪਣੇ ਕੀ ਕਰੇਗਾ, ਨਿਊ ਸਟਰਕਚਰ ਡਿਵੈਲਪ ਕਰਨਾ ਸ਼ੁਰੂ ਕਰ ਦੇਗਾ ਬੋਡੀ। এনवायरमेंट ਇਨਫਲੂਐਂਸਸ ਆਲ ਟਾਈਪ ਆਫ ਆਰਗੇਨਿਜ਼ਮ। ਤੇ ਜਿੱਦਾਂ ਜਿੱਦਾਂ এনवायरमेंट ਚੇਂਜ ਹੋਏਗਾ, ਰਿਸੋਰਸਸ ਚੇਂਜ ਹੋਣਗੇ, ਰਿਸੋਰਸਸ ਚੇਂਜ ਹੋਏਗਾ ਤੇ ਨਿਊ ਨੀਡਸ ਡਿਵੈਲਪ ਹੋਣਗੀਆਂ, ਤੇ ਫਿਰ ਉਸ ਅਕੋਰਡਿੰਗ ਕੀ ਹੋਏਗਾ, ਆਰਗੇਨਿਜ਼ਮ 'ਚ ਚੇਂਜਸ ਆਉਣਗੇ। ਆਰਗੇਨਿਜ਼ਮ produces ਨਿਊ ਸਟਰਕਚਰ। ਤਾਂ ਆਰਗੇਨਿਜ਼ਮ ਕੀ ਕਰਨਗੇ, ਨਿਊ ਸਟਰਕਚਰ ਨੂੰ ਬਿਲਡ ਅਪ ਕਰਨਾ ਸ਼ੁਰੂ ਕਰ ਦੇਣਗੇ ਤਾਂ ਕਿ ਉਸ ਰਿਸੋਰਸਸ ਨੂੰ ਯੂਟੀਲਾਈਜ਼ ਕਰ ਪਾਉਣ। ਤਾਂ ਇਸ ਨਾਲ ਵੀ ਕੀ ਹੋਏਗਾ, ਜੋ ਆਰਗੇਨਿਜ਼ਮ ਆ ਉਸ ਦੇ ਵਿੱਚ ਚੇਂਜਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਫਿਰ ਜਿੱਦਾਂ ਜਿੱਦਾਂ ਨਿਊ ਸਟਰਕਚਰ ਡਿਵੈਲਪ ਹੋ ਰਹੀਆਂ ਨੇ ਤਾਂ ਉਸ ਦੇ ਵਿੱਚ ਕੀ ਹੋਏਗਾ, ਯੂਜ਼ ਐਂਡ ਡਿਸਯੂਜ਼ ਆਫ ਆਰਗਨ। ਹੁਣ ਅਕੋਰਡਿੰਗ ਟੂ এনवायरमेंट ਕੁਝ ਐਦਾਂ ਦੇ ਵੀ ਆਰਗਨ ਹੋਣਗੇ, এনवायरमेंट ਚੇਂਜਸ, ਕੁਝ ਐਦਾਂ ਦੇ ਆਰਗਨ ਹੋਣਗੇ ਜਿਨ੍ਹਾਂ ਦਾ ਯੂਜ਼ ਹੋਣਾ ਕੀ ਹੋ ਗਿਆ, ਬਿਲਕੁਲ ਖਤਮ ਹੋ ਗਿਆ। ਸਮ ਆਰਗਨ ਕੀ ਹੋਣਗੇ, ਡਿਸਯੂਜ਼ ਹੋ ਜਾਣਗੇ। ਸਮ ਆਰਗਨ ਕੀ ਹੋ ਜਾਣਗੇ, ਡਿਸਯੂਜ਼ ਹੋ ਜਾਣਗੇ। ਲੇਕਿਨ ਜਿਨ੍ਹਾਂ ਦੇ ਜਿਹੜੇ ਨਿਊ ਸਟਰਕਚਰ ਡਿਵੈਲਪ ਹੋ ਰਹੀਆਂ ਨੇ, ਨਿਊ ਸਟਰਕਚਰ ਡਿਵੈਲਪ ਹੋਈਆਂ, ਜਾਂ ਫਿਰ ਜਿਨ੍ਹਾਂ ਦੀ ਨੀਡ ਜ਼ਿਆਦਾ,
ਜਾਂ ਫਿਰ ਜਿਹੜੇ organ ਦੀ ਕੀ ਆ ਨੀਡ ਜ਼ਿਆਦਾ, ਜਿਸ organ ਦੀ ਨੀਡ ਜ਼ਿਆਦਾ ਹੋਏਗੀ ਉਹ ਕੀ ਕਰਨਗੇ, ਉਹ ਬੈਟਰ ਪਰਫਾਰਮ ਕਰਨਾ ਸ਼ੁਰੂ ਕਰ ਦੇਣਗੇ। ਉਹਨਾਂ ਦੇ ਵਿੱਚ ਕੀ ਹੋਏਗਾ, ਨਿਊ ਸਟਰਕਚਰ ਡਿਵੈਲਪ, ਔਰ ਜਿਨ੍ਹਾਂ ਦੀ ਜ਼ਿਆਦਾ ਨੀਡ ਹੋਏਗੀ ਉਹ ਕੀ ਕਰਨਗੇ, ਬੈਟਰ ਪਰਫਾਰਮ ਕਰਨਾ ਸ਼ੁਰੂ ਕਰ ਦੇਣਗੇ। ਤਾਂ ਉਹਨਾਂ ਦੇ ਵਿੱਚ ਕੀ ਹੋਏਗੀ, ਉਹਨਾਂ ਤੇ ਐਵੋਲਿਊਸ਼ਨ ਹੁੰਦੀ ਜਾਏਗੀ। ਲੇਕਿਨ ਜਿਹੜੇ ਵਾਲੇ ਡਿਸਯੂਜ਼ ਹੋ ਗਏ ਉਹ ਕੀ ਬਣ ਜਾਣਗੇ, ਇੱਕ ਤਰ੍ਹਾਂ ਦੇ ਵੈਸਟੀਜੀਅਲ organ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਥਿਊਰੀ ਲਮਾਰਕਿਜ਼ਮ ਦੇ ਅਕੋਰਡਿੰਗ ਕੀ ਹੈ ਕਿ ਜੋ ਆਪਣੇ ਵੈਸਟੀਜੀਅਲ organ ਆ ਉਹ ਏਦਾਂ ਦੇ organ ਹੈ ਜਿਨ੍ਹਾਂ ਦਾ ਕੀ ਹੋਇਆ ਕਿ ਆਪਣੇ ਨੀਡਸ ਹੀ ਨਹੀਂ ਹੋਈਆਂ, ਆਪਣੇ ਨੀਡਸ ਨੇ ਡਿਪੈਂਡ ਨਹੀਂ ਕਰਿਆ ਉਹਨਾਂ organs ਤੇ, ਤਾਂ ਉਹ ਕੀ ਹੋ ਗਿਆ, ਡਿਸਯੂਜ਼ ਹੋ ਗਿਆ। ਤਾਂ ਉਹ ਅੱਜ ਦੇ ਸਮੇਂ ਕੀ ਹੋ ਗਿਆ, ਵੈਸਟੀਜੀਅਲ organ ਦੀ ਫਾਰਮ ਵਿੱਚ ਆਪਣੇ ਬੋਡੀ ਦੇ ਅੰਦਰ ਆ। ਵੈਸਟੀਜੀਅਲ organ ਕਿਹੜੇ ਵਾਲੇ ਆ, ਉਹ organ ਜਿਨ੍ਹਾਂ ਦੀ ਨੀਡਸ ਖਤਮ ਹੋ ਗਈਆਂ ਸੀ ਲੇਕਿਨ ਸਟਿਲ ਬੋਡੀ ਦੇ ਨਾਲ ਅਟੈਚ ਰਹੇ ਆ, ਤਾਂ ਉਹ ਵਾਲੇ ਹੈ ਵੈਸਟੀਜੀਅਲ organ। ਔਰ ਜਿਨ੍ਹਾਂ ਦੀ ਯੂਜ਼ ਹੁੰਦਾ ਗਿਆ ਉਹ ਕੀ ਹੁੰਦੇ ਗਏ, ਬੈਟਰ ਡਿਵੈਲਪ ਹੁੰਦੇ ਗਏ, ਉਹਨਾਂ ਦੀ ਜੋ ਪਰਫਾਰਮੈਂਸ ਹੈ ਉਹ ਜ਼ਿਆਦਾ ਵਧੀਆ ਹੁੰਦੀ ਗਈ। ਤਾਂ ਉਹ ਵਾਲੇ organ ਪ੍ਰੈਜ਼ੈਂਟ ਹੋਏ ਔਰ ਅੱਜ ਵੀ ਵਰਕਿੰਗ ਹੈ, ਫੰਕਸ਼ਨਲ ਹੈ। ਔਰ ਜਿਹੜੇ ਡਿਸਯੂਜ਼ ਹੋ ਗਿਆ ਉਹ ਵੈਸਟੀਜੀਅਲ organ ਦੀ ਫਾਰਮ ਵਿੱਚ ਕੀ ਹੋ ਗਿਆ, ਬੋਡੀ ਦੇ ਨਾਲ ਅਟੈਚ ਹੋ ਗਿਆ ਔਰ ਨਾਨ ਫੰਕਸ਼ਨਲ ਹੋ ਗਿਆ। ਨੈਕਸਟ ਹੈ ਇਨਹੈਰੀਟੈਂਸ ਆਫ ਅਕਵਾਇਰਡ ਕਰੈਕਟਰ। ਇਨਹੈਰੀਟੈਂਸ ਆਫ ਅਕਵਾਇਰਡ ਕਰੈਕਟਰ, ਤਾਂ ਫਿਰ ਜਿਹੜੇ ਵਾਲੇ ਕਰੈਕਟਰ ਡਿਵੈਲਪ ਹੋ ਗਿਆ, ਜਿੱਦਾਂ ਪਹਿਲਾਂ ਇੰਟਰਨਲ ਵਿਟਲ ਫੋਰਸ ਹੋ ਗਿਆ, ਫਿਰ ਇਫੈਕਟ ਆਫ ਇਨਵਾਇਰਨਮੈਂਟ ਐਂਡ ਨਿਊ ਨੀਡਸ ਅਕੋਰਡਿੰਗ, ਜੋ ਨਿਊ ਵਾਲੇ ਸਟਰਕਚਰ ਬਿਲਡ ਹੋਈਆਂ, ਯੂਜ਼ ਐਂਡ ਡਿਸਯੂਜ਼ ਆਫ organ, ਜਿਹੜੇ ਯੂਜ਼ ਹੋ ਰਹੇ ਸੀ organ, ਉਹ ਸਾਰੇ ਜਿੰਨੇ ਵੀ ਫੈਕਟਰ ਹੈਗੇ ਅਗਰ ਉਹ ਇਨਹੈਰੀਟੈਂਟ ਹੋ ਗਏ, ਉਹਨਾਂ ਦੇ ਨੈਕਸਟ ਜਨਰੇਸ਼ਨ ਵਿੱਚ ਅਗਰ ਇਨਹੈਰੀਟੈਂਸ ਹੋ ਗਿਆ, ਜੋ ਵੀ ਉਸਨੇ ਨਿਊ ਵਾਲੇ ਸਟਰਕਚਰ ਜਾਂ ਨਿਊ ਵਾਲੇ organ ਡਿਵੈਲਪ ਕਰੇ, ਅਗਰ ਉਹ ਇਨਹੈਰੀਟੈਂਸ ਹੋ ਗਏ, ਕਿਉਂਕਿ ਜਿਹੜੇ ਵੀ ਇਹ ਚੀਜ਼ਾਂ ਇੰਟਰਨਲ ਵਿਟਲ ਫੋਰਸ, ਇਫੈਕਟ ਆਫ ਇਨਵਾਇਰਨਮੈਂਟ ਔਰ ਯੂਜ਼ ਐਂਡ ਡਿਸਯੂਜ਼ organ ਹੋਏ, ਉਸ ਤੋਂ ਕੀ ਹੋਇਆ, ਇੱਕ ਸਪੇਸਿਸ ਦੇ ਵਿੱਚ ਅਕਵਾਇਰਡ ਕਰੈਕਟਰ ਆ ਗਿਆ। ਜਿਹੜੇ ਉੱਪਰੋਂ ਇੰਟਰਨਲ ਵਿਟਲ ਫੋਰਸ, ਇਨਵਾਇਰਨਮੈਂਟ, ਨੀਡਸ, ਯੂਜ਼ ਐਂਡ ਡਿਸਯੂਜ਼ organ ਕਰਕੇ ਕੀ ਹੋ ਗਿਆ, ਇੱਕ organs ਦੇ ਵਿੱਚ ਕੀ ਹੋ ਗਿਆ, ਅਕਵਾਇਰਡ ਕਰੈਕਟਰ ਹੋ ਗਿਆ, ਪ੍ਰੋਡਿਊਸ ਹੋ ਗਿਆ। ਅਕਵਾਇਰਡ ਕਰੈਕਟਰ ਕਿਹੜੇ, ਜਿਹੜੇ ਉਸਨੇ ਇਨਵਾਇਰਨਮੈਂਟ ਨੂੰ ਦੇਖਦੇ ਆਪਣੇ ਦੇ ਅੰਦਰ ਅਕਵਾਇਰ ਕਰੇ, ਇਨਵਾਇਰਨਮੈਂਟ ਅਕੋਰਡਿੰਗ ਕੀ ਕਰਿਆ, ਅਕਵਾਇਰ ਕਰੇ, ਅਕਵਾਇਰਡ ਕਰਿਆ। ਅਕਵਾਇਰਡ ਕਰਨ ਨਾਲ ਕੀ ਹੋ ਗਿਆ, ਅਕਵਾਇਰ ਕਰਿਆ। ਹੁਣ ਅਗਰ ਅਕਵਾਇਰ ਕਰਿਆ ਤਾਂ ਉਹ ਕੀ ਹੋਣੇ ਚਾਹੀਦੇ ਆ, ਨੈਕਸਟ ਜਨਰੇਸ਼ਨ ਤੱਕ ਕੀ ਹੋਣੇ ਚਾਹੀਦੇ, ਇਨਹੈਰੀਟੈਂਸ ਹੋਣੇ ਚਾਹੀਦੇ। ਅਗਰ ਇਨਹੈਰੀਟੈਂਸ ਹੋਣਗੇ ਉਹ ਅਕਵਾਇਰਡ ਕਰੈਕਟਰ, ਇਹ ਤਾਂ ਨਹੀਂ ਹੈ ਨਾ ਕਿ ਇੱਕ ਆਰਗੇਨਿਜ਼ਮ ਜਾਂ ਇੱਕ ਸਪੀਸੀਜ਼ ਨੇ ਕਰਿਆ ਇੱਕ ਔਰ ਨੈਕਸਟ ਜਨਰੇਸ਼ਨ ਤੱਕ ਉਹ ਇਨਹੈਰੀਟੈਂਸ ਨਹੀਂ ਹੋ ਪਾ ਰਹੇ, ਤਾਂ ਫਿਰ ਤਾਂ ਉਹ ਸਪੀਸੀਜ਼ ਕੀ ਹੋ ਜਾਏਗੀ, ਐਕਸਟਿੰਕਟ ਹੋ ਜਾਏਗੀ। ਲੇਕਿਨ ਜੋ ਉਸਨੇ ਆਪਣੇ ਅੰਦਰ ਅਕਵਾਇਰਡ ਕਰੈਕਟਰ ਪ੍ਰੋਡਿਊਸ ਕਰ ਰਹੇ ਆ ਅਕੋਰਡਿੰਗ ਟੂ এনवायरमेंट, ਤਾਂ ਉਹ ਨੈਕਸਟ ਜਨਰੇਸ਼ਨ ਤੱਕ ਕੀ ਹੋਣਗੇ, ਇਨਹੈਰੀਟੈਂਸ ਹੋਣਗੇ। ਤਾਂ ਇਹ ਇੱਕ ਐਵੋਲੂਸ਼ਨ ਦਾ ਹੀ ਪਾਰਟ ਹੈ ਕਿ ਜੋ ਅਕਵਾਇਰਡ ਕਰੈਕਟਰ ਪ੍ਰੋਡਿਊਸ ਹੋਏ ਸੀ ਉਹ ਕੀ ਹੋਣਗੇ, ਨੈਕਸਟ ਜਨਰੇਸ਼ਨ ਤੱਕ ਇਨਹੈਰੀਟੈਂਸ ਹੋਣਗੇ। ਡਿਊਰਿੰਗ ਦੀ ਲਾਈਫ time of an organism, new character develop due to internal vital force, environment, new needs, use and disuse organ। ਇਹਨਾਂ ਸਾਰਿਆਂ ਤੋਂ ਕੀ ਹੋਇਆ, ਨਿਊ ਕਰੈਕਟਰ ਉਹਨਾਂ ਦੇ ਵਿੱਚ ਚੇਂਜ ਬਿਲਡਅਪ ਹੋਏ, ਨਿਊ ਕਰੈਕਟਰ ਬਿਲਡਅਪ ਹੋਏ, ਉਹਨਾਂ ਨੇ ਅਕਵਾਇਰ ਕਰਿਆ ਨਿਊ ਕਰੈਕਟਰ ਨੂੰ। all these acquired character are inherited from one generation to another by continuous inheritance through several generations। The variation are accumulated up to such extent that they can give rise to new species। ਔਰ ਏਦਾਂ ਤਾਂ ਇਹ ਰੈਗੂਲਰ ਔਰ ਕੰਟੀਨਿਊ ਵੇਰੀਏਸ਼ਨਸ ਹੁੰਦੀਆਂ ਗਈਆਂ ਨੈਕਸਟ ਜਨਰੇਸ਼ਨ ਤੋਂ ਨੈਕਸਟ ਅਕੋਰਡਿੰਗ ਟੂ ਦੇਅਰ ਨੀਡਸ। ਤਾਂ ਏਦਾਂ ਹੁੰਦੇ ਹੁੰਦੇ ਉਹਨਾਂ ਦੇ ਵਿੱਚ ਇੰਨੀਆਂ ਵੇਰੀਏਸ਼ਨ ਹੋ ਗਈਆਂ ਕਿ ਨਿਊ ਸਪੀਸੀਜ਼ ਫਾਰਮ ਹੋਣੀਆਂ ਸ਼ੁਰੂ ਹੋ ਗਈਆਂ। ਤੇ ਹੀ ਐਵੋਲੂਸ਼ਨ ਤੇ ਕਿੰਨੇ ਥਿਊਰੀ ਦੇਈ ਹੈ, ਲਮਾਰਕ ਨੇ, ਤੇ ਥਿਊਰੀ ਦਾ ਨਾਮ ਕੀ ਹੈ, ਲਮਾਰਕਿਜ਼ਮ।
ਇਸ ਦੀ ਇੱਕ ਐਗਜ਼ਾਮਪਲ ਹੈ ਜਿੱਦਾਂ ਲੌਂਗ ਨੈਕ ਐਂਡ ਫੋਰ ਲਿੰਬ ਆਫ ਅ ਜਿਰਾਫ ਦੇ ਵਿੱਚ ਦੇਖੋ ਲੌਂਗ ਨੈਕ ਦਾ ਜਿਹੜਾ ਬਿਲਡਅਪ ਹੋਣਾ ਔਰ ਉਸਦੀ ਜਿਹੜੀ ਫੋਰ ਲਿੰਬ ਆ ਅੱਗੇ ਵਾਲੀਆਂ ਜਿਹੜੀਆਂ ਲੈਗਸ ਆ ਉਹ ਕੀ ਹੋ ਗਈਆਂ ਲੌਂਗ ਹੋ ਗਈਆਂ। ਇਹ ਵੀ ਕਿਹਦੀ ਐਗਜ਼ਾਮਪਲ ਆਪਣੇ ਕੋਲ ਰਿਮਾਰਕਿਜ਼ਮ ਕਿ ਕਿੱਦਾਂ এনवायरमेंट ਦੇ ਅਕੋਰਡਿੰਗ ਕੀ ਆ ਉਸਨੇ ਆਪਣੇ ਆਪ ਨੂੰ ਚੇਂਜ ਕਰਦੇ ਗਏ ਉਸਦੇ ਇੰਟਰਨਲ ਵਿਟਲ ਫੋਰਸਿਸ ਕਰਕੇ ਉਸਦੀ ਨੈਕ ਵੀ ਲੌਂਗ ਹੋ ਗਈ ਉਸਦੇ ਜੋ ਫੋਰ ਲਿੰਬ ਆ ਉਹ ਵੀ ਕੀ ਹੋ ਗਈਆਂ ਲੌਂਗ ਹੋ ਗਈਆਂ ਔਰ ਉਹਨਾਂ ਦੇ এনवायरमेंट ਦੇ ਅਕੋਰਡਿੰਗ ਜਿੱਦਾਂ ਜਿੱਦਾਂ ਚੇਂਜਸ ਆਉਂਦੇ ਗਏ ਤਾਂ ਉਸ ਦੇ ਅਕੋਰਡਿੰਗ ਕੀ ਕਰਿਆ ਉਸ ਦੇ ਨਿਊ ਸਟਰਕਚਰ ਡਿਵੈਲਪ ਹੋ ਗਈਆਂ ਔਰ ਇਹ ਕੀ ਹੈ ਇੱਕ ਜਨਰੇਸ਼ਨ ਤੋਂ ਨੈਕਸਟ ਤੱਕ ਕੀ ਹੋ ਰਹੀਆਂ। ਦੇਖੋ ਫਸਟ ਜਨਰੇਸ਼ਨ ਇੱਥੇ ਦਿਖਾ ਰਿਹਾ ਕਿ ਨੈਕਸਟ ਕੀ ਹੈ ਉਹਦੇ ਚ ਥੋੜੀ ਐਵੋਲੂਸ਼ਨ ਹੋਈ ਨੈਕਸਟ ਚ ਕੀ ਹੋ ਗਿਆ ਉਸ ਦੇ ਵਿੱਚ ਥੋੜੇ ਥੋੜੇ ਚੇਂਜਸ ਵੇਰੀਏਸ਼ਨ ਆਉਂਦੇ ਆਉਂਦੇ ਕੀ ਹੋ ਰਿਹਾ ਇਨਹੈਰੀਟੈਂਟ ਵੀ ਹੋ ਰਿਹਾ ਔਰ ਨੈਕਸਟ ਜਨਰੇਸ਼ਨ ਵੀ ਬਿਲਡ ਅਪ ਹੋ ਰਹੀ ਹੈ ਤਾਂ ਇੱਦਾਂ ਤਾਂ ਕੀ ਹੋ ਰਿਹਾ ਨੈਕਸਟ ਸਪੀਸੀਜ਼ ਫਾਰਮ ਹੋ ਗਈ। ਹੁਣ ਫਸਟ ਐਂਡ ਲਾਸਟ ਤੇ ਦੇਖਦੇ ਹਾਂ ਤਾਂ ਇੱਕਦਮ ਡਿਫਰੈਂਟ ਸਪੀਸੀਜ਼ ਫਾਰਮ ਲੱਗ ਰਹੀਆਂ ਦੋਨੋਂ ਠੀਕ ਹੈ। ਇੱਦਾਂ ਹੀ ਡਿਫਰੈਂਟ ਇੰਡੀਵਿਜੂਅਲ ਦੇ ਵਿੱਚ ਇਹ ਸਾਰੀ ਪ੍ਰੋਸੈਸ ਚੱਲੀ ਔਰ ਐਵੋਲੂਸ਼ਨ ਹੋਈ। ਇੱਦਾਂ ਐਕੁਆਟਿਕ ਬਰਡ ਸਟ੍ਰੈਚ ਦੇਅਰ ਟੋਏ ਜਿਹੜੇ ਐਕੁਆਟਿਕ ਬਰਡ ਹੈਗੇ ਉਹ ਆਪਣੇ ਟੋਇਜ਼ ਜਿਹੜੇ ਹੁੰਦੇ ਆ ਆਪਣੇ ਜਦੋਂ ਸਟ੍ਰੈਚ ਕਰਦੇ ਆ ਤਾਂ ਉਹਦੇ ਜਿਹੜੇ ਫੁੱਟ ਬਣ ਜਾਂਦੇ ਉਹ ਕਿਹੜੇ ਵਾਲੇ ਹੋ ਜਾਂਦੇ ਵੈਬ ਫਾਰਮ ਹੋ ਜਾਂਦਾ ਜਿਸ ਨਾਲ ਉਹ ਕੀ ਕਰਦੇ ਆ ਉਹ ਅੱਗੇ ਮੂਵ ਹੋਣ ਲਈ ਯੂਜ਼ ਕਰਦੇ ਆ। ਤਾਂ ਇਹ ਵੀ ਇੱਕ ਤਰ੍ਹਾਂ ਦੀ ਐਗਜ਼ਾਮਪਲ ਆਪਣੇ ਕੋਲ ਲਮਾਰਕਿਜ਼ਮ ਦੀ। ਸਨੇਕ ਲੋਸਟ देयर ਲੈਗ ਉਸਨੇ ਆਪਣੇ ਲੈਗਸ ਨੂੰ ਕੀ ਕਰਤਾ ਲੋਸਟ ਕਰਤਾ ਡਿਊਰਿੰਗ ਐਵੋਲੂਸ਼ਨ ਤਾਂ ਇਹ ਵੀ ਐਗਜ਼ਾਮਪਲ ਕਿਹਦੀ ਹੈ ਲਮਾਰਕਿਜ਼ਮ ਦੀ। ਲੇਕਿਨ ਲਮਾਰਕਿਜ਼ਮ ਨੇ ਜਿਹੜਾ Lamarck had said that evolution of life forms had occurred but driven by use and disuse of organ ਨੇ ਕਿਹਾ ਕਿ ਐਵੋਲੂਸ਼ਨ ਹੋਈ ਲੇਕਿਨ ਜੋ ਉਸ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਯੂਜ਼ ਐਂਡ ਡਿਸਯੂਜ਼ ਦਾ ਇਸਨੇ ਕਨਸੈਪਟ ਦਿੱਤਾ ਸੀ ਕਿ ਜੋ ਬੋਡੀ ਆਰਗਨ ਜਿਹੜੇ ਯੂਜ਼ ਹੋਏ ਆ ਉਹ ਤਾਂ ਬੈਟਰ ਪਰਫਾਰਮ ਕਰਦੇ ਗਏ ਲੇਕਿਨ ਜੋ ਡਿਸਯੂਜ਼ ਹੋ ਗਿਆ ਉਹ ਕੀ ਹੋ ਗਿਆ ਵੈਸਟੇਜੀਅਲ ਆਰਗਨ ਬਣ ਗਿਆ। ਨੋਬਡੀ ਬਿਲੀਵਸ ਦਿਸ ਕੰਜੈਕਚਰ ਐਨੀਮੋਰ ਔਰ ਕਿਸੇ ਨੇ ਇਸ ਚੀਜ਼ ਤੇ ਵਿਸ਼ਵਾਸ ਨਹੀਂ ਕਰਿਆ ਤਾਂ ਨੈਕਸਟ ਜਿਹੜੀ ਥਿਊਰੀ ਆਈ ਹੈ ਕ੍ਰਿਟਿਸਿਜ਼ਮ ਕਰਿਆ ਕਿਨੇ ਕਰਿਆ ਵੀਜ਼ਮੈਨ ਨੇ ਇਸ ਦਾ ਕ੍ਰਿਟਿਸਿਜ਼ਮ ਕਰਿਆ ਜਿਸਨੇ ਥਿਊਰੀ ਕਿਹੜੀ ਦਿੱਤੀ ਹੈ ਜਰਮੋਪਲਾਜ਼ਮ ਤੇ ਨੈਕਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।